प्यारी साध संगत जीओ, दो हाथ जोड़ के प्रेम सहित दिल दियां गहराइयां तो वाहिगुरु जी का खालसा ਵਾਹਿਗੁਰੂ ਜੀ ਕੀ ਫਤਿਹ ਜੀ। जी आया नु जी आया नु। ਕੋਟਾਨ ਕੋਟਾਨ ਸ਼ੁਕਰਾਨਾ ਅਕਾਲ ਪੁਰਖ ਪਾਰ ਬ੍ਰਹਮ ਪਰਮਾਤਮਾ ਦਾ, ਜੁਗੋ ਜੁਗ ਅਟਲ ਸਾਹਿਬ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਆਪ ਸਾਰੀਆਂ ਸੰਗਤਾਂ ਦਾ, ਇਸ ਸਮੇਂ ਦਾ, ਸਭ ਦਾ, ਇਸ ਮੀਡੀਅਮ ਦਾ, ਇਸ ਸਾਧਨ ਦਾ ਜਿਹਦੇ ਥਰੂ ਅਸੀਂ ਮਿਲ ਰਹੇ ਹਾਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸੰਗਤੀ ਰੂਪ ਵਿੱਚ, ਸਭ ਦਾ ਸ਼ੁਕਰਾਨਾ। ਸੰਗਤ ਜੀ, ਅੱਜ ਅਸੀਂ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਉਹਨਾਂ ਦੇ ਜੀਵਨ ਦੇ ਦਰਸ਼ਨ ਕਰਾਂਗੇ। ਸੋ ਬਾਬਾ ਬੁੱਢਾ ਸਾਹਿਬ ਜੀ ਵਰਗੇ ਮਹਾਂਪੁਰਖ, ਬ੍ਰਹਮ ਗਿਆਨੀ, ਸਤਪੁਰਸ਼, ਬ੍ਰਹਮ ਵੇਤਾ ਮਹਾਂਪੁਰਖ, ਸੋ ਉਹਨਾਂ ਦਾ ਨਾਮ ਲੈਣਾ ਹੀ ਸਿਰਫ ਹਾਲੇ ਖਿਆਲਾਂ ਵਿੱਚ ਹੀ ਯਾਦ ਕਰਨਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਇਹ ਕਿਰਪਾ ਹੈ। ਉਹਨਾਂ ਦਾ ਇਸ ਧਰਤੀ ਦੇ ਉੱਤੇ ਆਉਣਾ, ਸਿੱਖੀ ਕਮਾਉਣੀ, ਔਰ ਬਾਬਾ ਬੁੱਢਾ ਜੀ ਜਿਨ੍ਹਾਂ ਨੂੰ ਮਾਣ ਪ੍ਰਾਪਤ ਹੈ ਕਿ 12 ਸਾਲ ਦੀ ਉਮਰ ਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਸੀਨੇ ਦੇ ਨਾਲ ਲੱਗ ਗਏ, ਔਰ ਜਿਉਂ 12 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸੀਨੇ ਦੇ ਨਾਲ ਲੱਗੇ, ਫਿਰ 113 ਸਾਲ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਦਰ ਘਰ ਦੀ ਸੇਵਾ ਕੀਤੀ ਬਾਬਾ ਬੁੱਢਾ ਜੀ ਨੇ। 125 ਸਾਲਾਂ ਦਾ ਜੀਵਨ ਰਿਹਾ, 113 ਸਾਲ ਸੇਵਾ ਕੀਤੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ। ਬਾਬਾ ਬੁੱਢਾ ਜੀ ਨੂੰ ਮਾਣ ਪ੍ਰਾਪਤ ਆ ਕਿ ਉਹਨਾਂ ਨੇ 6 ਪਾਤਸ਼ਾਹੀਆਂ ਦੇ ਸਾਖਸ਼ਾਤ ਦਰਸ਼ਨ ਕੀਤੇ, ਉਹਨਾਂ ਦੇ ਚਰਨ ਪਰਸੇ ਨੇ, ਔਰ 5 ਪਾਤਸ਼ਾਹੀਆਂ ਨੂੰ ਗੁਰਿਆਈ ਗੱਦੀ ਦੀਆਂ ਰਸਮਾਂ ਬਾਬਾ ਬੁੱਢਾ ਜੀ ਨੇ ਅਦਾ ਕੀਤੀਆਂ। ਬਾਬਾ ਬੁੱਢਾ ਜੀ ਨੂੰ ਮਾਣ ਪ੍ਰਾਪਤ ਆ ਕਿ ਹਰਿਮੰਦਰ ਸਾਹਿਬ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਗ੍ਰੰਥੀ ਸਾਹਿਬ ਜੀ ਦਾ ਮਾਣ ਵੀ ਬਾਬਾ ਬੁੱਢਾ ਜੀ ਨੂੰ ਹੀ ਪ੍ਰਾਪਤ ਹੋਇਆ। ਅਕਾਲ ਤਖਤ ਸਾਹਿਬ ਦੀ ਸਿਰਜਣਾ ਵੀ ਬਾਬਾ ਬੁੱਢਾ ਜੀ ਦੇ ਹੱਥਾਂ ਦੇ ਨਾਲ ਹੀ ਉਹ ਕਾਰਜ ਹੋਇਆ। ਗੋਇੰਦਵਾਲ ਸਾਹਿਬ, ਬੌਲੀ ਸਾਹਿਬ ਜਿਹੜਾ, ਉਹ ਵੀ ਬਾਬਾ ਬੁੱਢਾ ਜੀ ਨੇ ਪਹਿਲਾ ਟੱਕ ਲਗਾਇਆ। ਅੰਮ੍ਰਿਤਸਰ ਸਾਹਿਬ ਸਰੋਵਰ ਦਾ ਵੀ ਪਹਿਲਾ ਟੱਕ ਬਾਬਾ ਬੁੱਢਾ ਜੀ ਨੇ ਲਗਾਇਆ। ਇੰਨਾ ਮਾਣ ਬਾਬਾ ਬੁੱਢਾ ਜੀ ਨੂੰ ਪ੍ਰਾਪਤ ਗੁਰੂ ਨਾਨਕ ਦੇ ਘਰ ਦੇ ਵਿੱਚ। ਮੀਰੀ ਪੀਰੀ ਦੇ ਮਾਲਕ ਸਾਹਿਬ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਬੁੱਢਾ ਜੀ ਦੇ ਬਚਨਾਂ ਦੇ ਨਾਲ ਆਏ, ਉਹਨਾਂ ਦੀ ਅਰਦਾਸ ਬੇਨਤੀ ਨਾਲ, ਔਰ ਸਤਿਗੁਰਾਂ ਦਾ ਨਾਮਕਰਨ ਵੀ ਬਾਬਾ ਬੁੱਢਾ ਜੀ ਨੇ ਕੀਤਾ। ਉਹਨਾਂ ਨੂੰ ਵਿੱਦਿਆ ਵੀ ਬਾਬਾ ਬੁੱਢਾ ਜੀ ਨੇ ਦਿੱਤੀ। ਤੋ ਬਾਬਾ ਬੁੱਢਾ ਜੀ ਨੂੰ ਅਨੇਕਾਂ ਹੀ ਮਾਣ ਪ੍ਰਾਪਤ ਨੇ। ਅਸੀਂ ਹੁਣ ਇਤਿਹਾਸ ਵਿੱਚੋਂ ਥੋੜ੍ਹੇ ਥੋੜ੍ਹੇ ਦਰਸ਼ਨ ਕਰਾਂਗੇ। ਬਾਬਾ ਬੁੱਢਾ ਜੀ ਵਰਗੇ ਗੁਰਸਿੱਖਾਂ ਦੇ ਲਈ ਗੁਰਬਾਣੀ ਕਿੰਨਾ ਨਤਮਸਤਕ ਹੁੰਦੀ ਹੈ, ਗੁਰੂ ਸਾਹਿਬ ਆਪ ਕਿੰਨਾ ਨਤਮਸਤਕ ਹੁੰਦੇ ਨੇ। ਮਹਾਰਾਜ ਕਹਿੰਦੇ ਧੰਨ ਧੰਨ ਸੋ ਗੁਰਸਿੱਖ ਕਹੀਏ ਜੋ ਸਤਿਗੁਰ ਸਰਣੀ ਜਾਏ ਪਿਆ। ਧੰਨ ਧੰਨ ਸੋ ਗੁਰਸਿੱਖ ਕਹੀਏ ਜਿਨ ਹਰ ਨਾਮਾ ਮੁਖ ਰਾਮ ਕਹਿਆ। ਧੰਨ ਧੰਨ ਸੋ ਗੁਰਸਿੱਖ ਕਹੀਏ ਜਿਸ ਹਰ ਨਾਮ ਸੁਣੀਏ ਮਨ ਆਨੰਦ ਭਇਆ। ਧੰਨ ਧੰਨ ਸੋ ਗੁਰਸਿੱਖ ਕਹੀਏ ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ। ਤਿਸ ਗੁਰਸਿੱਖ ਕਹੋ ਹਉ ਸਦਾ ਨਮਸਕਾਰੀ ਜੋ ਗੁਰ ਕੈ ਭਾਣੇ ਗੁਰਸਿੱਖ ਚੱਲਿਆ। ਮਹਾਰਾਜ ਜੀ ਕਹਿੰਦੇ ਇਹੋ ਜਿਹੇ ਗੁਰਸਿੱਖ ਨੂੰ ਤਾਂ ਸਦਾ ਹੀ ਨਮਸਕਾਰਾਂ ਨੇ ਜਿਹਦੇ ਵਿੱਚ ਇੰਨੇ ਗੁਣ ਨੇ। ਕਿਹੜੇ ਗੁਣ ਨੇ? ਇੱਕ ਤਾਂ ਉਹ ਗੁਰੂ ਦੀ, ਸਤਿਗੁਰ ਦੇ ਸੱਚੇ ਗੁਰੂ ਦੀ ਸ਼ਰਨ ਵਿੱਚ ਪੈ ਗਿਆ। ਦੂਸਰਾ, ਨਾਮ ਜਪਿਆ ਹਿਰਦੇ ਤੋਂ ਵੀ, ਜ਼ੁਬਾਨ ਤੋਂ ਵੀ, ਔਰ ਨਾਮ ਨੂੰ ਸੁਣਿਆ ਔਰ ਆਨੰਦ ਦੀ ਅਵਸਥਾ ਜਿਹਨੇ ਮਾਣੀ, ਜਿਹਨੇ ਸਤਿਗੁਰ ਦੀ ਸੇਵਾ ਕਰਕੇ ਨਾਮ ਲੈ ਲਿਆ, ਇਹੋ ਜਿਹੇ ਗੁਰਸਿੱਖ ਤੋਂ ਜਿਹੜਾ ਗੁਰੂ ਦੇ ਭਾਣੇ ਵਿੱਚ ਵੀ ਚੱਲਿਆ, ਮਹਾਰਾਜ ਕਹਿੰਦੇ ਇਹੋ ਜਿਹੇ ਗੁਰਸਿੱਖ ਨੂੰ ਸਦਾ ਹੀ ਨਮਸਕਾਰਾਂ, ਸਦਾ ਹੀ ਨਮਸਕਾਰਾਂ। ਸੋ ਬਾਬਾ ਜੀ ਦੇ ਜੀਵਨ ਨੇ ਸਾਨੂੰ ਦੱਸ ਦੇਣਾ ਇਹ ਸਾਰੇ ਗੁਣ ਬਾਬਾ ਜੀ ਦੇ ਜੀਵਨ ਦੇ ਵਿੱਚ ਨੇ। ਮਹਾਰਾਜ ਜੀ ਕਹਿੰਦੇ ਨੇ ਰਸਨਾ ਏਕ ਅਨੇਕ ਗੁਣ ਪੂਰਨ ਜਨ ਕੀ ਕੇਤਕ ਉਪਮਾ ਕਹੀਏ। ਕਹਿੰਦੇ ਇੱਕ ਜੀਭਾ ਦੇ ਨਾਲ ਜਿਹੜਾ ਪੂਰਨ ਜਨ ਆ, ਜਿਹਦੇ ਅਨੇਕਾਂ ਹੀ ਗੁਣ ਆ, ਉਹਦੀ ਉਪਮਾ ਕਹੀ ਨਹੀਂ ਜਾ ਸਕਦੀ। ਕਿਵੇਂ ਕਹੀਏ ਉਹਦੀ ਉਪਮਾ? ਤੋ ਸੰਗਤ ਜੀ, ਧੰਨ ਧੰਨ ਬਾਬਾ ਬੁੱਢਾ ਜੀ। ਬਾਬਾ ਬੁੱਢਾ ਜੀ ਦਾ ਜਨਮ ਜਿਹੜਾ ਕੱਥੂ ਨੰਗਲ ਦੀ ਧਰਤੀ ਦੇ ਉੱਤੇ ਹੋਇਆ। ਪਿਤਾ ਬਾਬਾ ਸੁੱਗਾ ਰੰਧਾਵਾ ਜੀ, ਮਾਤਾ ਗੌਰਾਂ ਜੀ ਦੀ ਕੁੱਖ ਤੋਂ। ਸੋ ਬਾਣੀ ਦੇ ਵਿੱਚ ਇਹੋ ਜਿਹੇ ਜਨ ਜਿਹੜੇ ਗੁਰਮੁਖ ਗੁਰਸਿੱਖ ਹੋਏ ਨੇ, ਉਹਨਾਂ ਦੇ ਮਾਤਾ ਪਿਤਾ ਦਾ ਵੀ ਕਿੰਨਾ ਸਤਿਕਾਰ। ਗੁਰੂ ਮਹਾਰਾਜ ਕਹਿੰਦੇ ਧੰਨ ਸੁ ਵੰਸ, ਉਹਨਾਂ ਦੀ ਵੰਸ ਨੂੰ ਵੀ, ਵੰਸ ਦਾ ਵੀ ਸਤਿਕਾਰ, ਉਹ ਵੀ ਧੰਨ ਆ। ਧੰਨ ਸੁ ਵੰਸ, ਧੰਨ ਸੁ ਪਿਤਾ, ਧੰਨ ਸੁ ਮਾਤਾ ਜਿਨ ਜਨ ਜਣੇ।
ਇਹੋ ਜਿਹਾ ਜਨ ਜਿਨ੍ਹਾਂ ਨੇ ਜਣੇ, ਉਹ ਵੰਸ ਵੀ ਧਨ, ਉਹ ਪਿਤਾ ਵੀ ਧਨ, ਉਹ ਮਾਤਾ ਵੀ ਧਨ ਹੈ। ਜਿਨ ਸਾਸ ਗਰਾਸ ਤੇ ਆਇਆ ਮੇਰਾ ਹਰ ਹਰ, ਸੇ ਸਾਚੀ ਦਰਗਹਿ ਹਰ ਜਨ ਬਣੇ। ਉਹ ਸੱਚੀ ਦਰਗਾਹ ਦੇ ਹੀ ਜਨ ਬਣ ਗਏ ਜਿਨ੍ਹਾਂ ਨੇ ਸਾਸ ਗਰਾਸ ਤੇ ਆਇਆ ਪਰਮਾਤਮਾ ਨੂੰ। ਇਹੋ ਜਿਹੇ ਜਨ ਧੰਨ ਧੰਨ ਬਾਬਾ ਬੁੱਢਾ ਜੀ। ਸੋ ਬਾਬਾ ਬੁੱਢਾ ਜੀ 1506 ਦੇ ਵਿੱਚ ਕੱਥੂ ਨੰਗਰ ਦੀ ਧਰਤੀ ਦੇ ਉੱਤੇ ਬਾਬਾ ਬੁੱਢਾ ਜੀ ਦਾ ਆਗਮਨ ਹੋਇਆ, ਜਨਮ ਹੋਇਆ। ਪਿਤਾ ਬਾਬਾ ਸੁੱਗਾ ਰੰਧਾਵਾ, ਮਾਤਾ ਗੌਰਾ ਜੀ ਦੀ ਕੁੱਖ ਤੋਂ। ਤੇ 12 ਕੁ ਸਾਲ ਦੀ ਉਮਰ ਦੇ ਸਨ ਜਦੋਂ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉਸ ਨਗਰ ਇਲਾਕੇ ਵਿੱਚ ਗਏ। ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਵਿੱਚ ਉੱਥੇ ਡੇਰਾ ਲਗਾ ਕੇ ਕੀਰਤਨ ਕਰਨਾ, ਭਾਈ ਮਰਦਾਨਾ ਜੀ ਨੇ ਨਾਲ ਸਾਥੀ ਸਨ ਔਰ ਵਾਬ ਛੇੜਨੇ। ਸੋ ਇਵੇਂ ਬਾਬਾ ਬੁੱਢਾ ਜੀ ਇੱਕ ਦਿਨ ਭਰ ਵਿੱਚ ਮਹਾਰਾਜ ਜੀ ਦਾ ਕੀਰਤਨ ਦੇ ਵਿੱਚ ਜੁੜੇ ਹੀ ਰਹਿੰਦੇ ਸਨ। ਇੱਕ ਦਿਨ ਆਪਣਾ ਇਹ ਮੱਝਾਂ ਚਰਾਉਂਦੇ ਮੱਝਾਂ ਗਾਵਾਂ ਜੋ ਵੀ ਡੰਗਰ ਪਸ਼ੂ ਰੱਖੇ ਹੋਏ ਸਨ, ਉਹ ਚਰਾਉਂਦਿਆਂ ਉਸ ਇਲਾਕੇ ਦੇ ਵਿੱਚ ਆਏ ਤਾਂ ਕੀ ਦੇਖਦੇ ਨੇ, ਬੜੀ ਰਸਮਨੀ ਮਧੁਰ ਆਵਾਜ਼ ਕੰਨਾਂ ਦੇ ਵਿੱਚ ਪਈ, ਖਿੱਚੇ ਚਲੇ ਗਏ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਹਰੀ ਦੀ ਪਰਮਾਤਮਾ ਦੀ ਕੀਰਤੀ ਕਰ ਰਹੇ ਨੇ, ਇਤਨੇ ਪਿਆਰੇ ਲੱਗੇ, ਇਤਨਾ ਰੂਹ ਨੂੰ ਸਪਰਸ਼ ਕੀਤਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੇ। ਫਟਾਫਟ ਆਪਣੇ ਘਰ ਗਏ, ਜਾ ਕੇ ਆਪਣੀ ਮਾਂ ਨੂੰ ਦੱਸਿਆ ਕਿ ਮਾਂ ਉੱਥੇ ਉਜਾੜ ਏਰੀਆ, ਜੋ ਜੰਗਲ ਵਾਲਾ ਏਰੀਆ, ਉਹਦੇ ਵਿੱਚ ਕੋਈ ਮਹਾਂਪੁਰਖ ਆਏ ਨੇ, ਉਹ ਇੰਨਾ ਸੋਹਣਾ ਕੀਰਤਨ ਕਰ ਰਹੇ ਨੇ, ਮੇਰਾ ਮਨ ਮੋਹਿਆ ਗਿਆ। ਮਾਂ ਮੇਰਾ ਮਨ ਕਰਦਾ ਕਿ ਮੈਂ ਉਹਨਾਂ ਨੂੰ ਦੁੱਧ ਛਕਾਵਾਂ। ਸੋ ਮਾਂ ਜਿਹੜੀ ਹੈ ਉਹ ਕਾੜ੍ਹਨੇ ਦਾ ਦੁੱਧ ਪਾ ਕੇ ਦਿੰਦੀ। ਕਾੜ੍ਹਨੇ ਦਾ ਦੁੱਧ ਬਹੁਤ ਵਧੀਆ ਕੀਮਤੀ ਗਿਣਿਆ ਜਾਂਦਾ ਸੀਗਾ, ਕਿਉਂਕਿ ਉਹ ਕੜ ਵਿੱਚ ਉਹਦੇ ਵਿੱਚ ਹੋਰ ਵੀ ਤੱਤ ਪੈਦਾ ਹੋ ਜਾਂਦੇ ਸਨ। ਸੋ ਬੜੇ ਪ੍ਰੇਮ ਦੇ ਨਾਲ ਇਹ 12 ਸਾਲ ਦੇ ਬਾਬਾ ਬੁੱਢਾ ਸਾਹਿਬ ਜਿਹੜੇ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਲਈ ਦੁੱਧ ਲੈ ਕੇ ਆਉਂਦੇ ਨੇ ਤੇ ਚੌਂਕੜਾ ਲਗਾ ਕੇ ਸਾਹਮਣੇ ਬੈਠ ਜਾਂਦੇ ਨੇ। ਜਦੋਂ ਗੁਰੂ ਮਹਾਰਾਜ ਜੀ ਕੀਰਤਨ ਦੀ ਸੰਪੂਰਨਤਾ ਕਰਦੇ ਨੇ, ਅੱਖਾਂ ਬੰਦ ਕਰਕੇ ਕਾਫੀ ਸਮਾਂ ਬੈਠੇ ਰਹਿੰਦੇ ਨੇ, ਫਿਰ ਮਹਾਰਾਜ ਜੀ ਆਪਣੀਆਂ ਅੱਖਾਂ ਖੋਲ੍ਹਦੇ ਨੇ ਤਾਂ ਇਹ 12 ਸਾਲ ਦਾ ਜੋ ਬੱਚਾ ਹੈ, ਇਹ ਫਟਾਫਟ ਦੁੱਧ ਦਾ ਛੰਨਾ ਅੱਗੇ ਕਰਕੇ ਕਹਿੰਦਾ, ਸੰਤ ਜੀ, ਮਹਾਂਪੁਰਖ ਜੀ, ਆਹ ਦੁੱਧ ਛਕ ਲਓ, ਫਿਰ ਮੈਨੂੰ ਰੱਬ ਦੇ ਘਰ ਦੀ ਕੋਈ ਗੱਲ ਸੁਣੋ। ਗੁਰੂ ਮਹਾਰਾਜ ਨੂੰ ਬੜੇ ਪਿਆਰੇ ਲੱਗੇ ਵੀ 12 ਸਾਲ ਦਾ ਵੀ ਨਿੱਕੀ ਜਿਹੀ ਉਮਰ ਵਾਲਾ ਬੱਚਾ ਤੇ ਔਰ ਪ੍ਰੇਮ ਦੇ ਨਾਲ ਦੁੱਧ ਛਕਣ ਨੂੰ ਵੀ ਕਹਿ ਰਿਹਾ। ਮਹਾਰਾਜ ਜੀ ਕਹਿੰਦੇ ਨੇ, ਤੈਨੂੰ ਸਾਡੇ ਨਾਲ ਇਤਨਾ ਪ੍ਰੇਮ, ਸਾਡੇ ਦੁੱਧ ਲੈ ਕੇ ਆਇਆ। ਫਿਰ ਅੱਗੋਂ ਬੱਚਾ ਕਹਿ ਰਿਹਾ ਹੈ, ਮਹਾਰਾਜ ਜੀ ਦੁੱਧ ਛੇਤੀ ਛਕੋ ਤਾਂ ਮੈਨੂੰ ਰੱਬ ਦੇ ਘਰ ਦੀ ਕੋਈ ਗੱਲ ਸੁਣੋ। ਮਹਾਰਾਜ ਨੇ ਕਿਹਾ, ਰੱਬ ਦੇ ਘਰ ਦੀ ਗੱਲ, ਵੀ ਤੇਰੀ ਉਮਰ ਕਿੰਨੀ ਕੁ ਹੈ? ਕਿਹਾ ਜੀ 12 ਸਾਲ। ਕਿਹਾ 12 ਸਾਲ, ਤੇਰੀ ਉਮਰ ਦੇ ਬੱਚੇ ਤਾਂ ਖੇਡਦੇ ਨੇ, ਖੇਡਣ ਦੀ ਉਮਰ ਹੁੰਦੀ ਹੈ, ਤੂੰ ਕਹਿੰਦਾ ਆ ਕਿ ਰੱਬ ਦੇ ਘਰ ਦੀ ਗੱਲ ਸੁਣਾਓ, ਇਹ ਤੈਨੂੰ ਇੰਨੀ ਸਮਝ ਕਿੱਥੋਂ ਆ ਗਈ ਇੰਨੀ ਛੋਟੀ ਉਮਰ ਵਿੱਚ? ਫਿਰ ਦੱਸਦੇ ਨੇ, ਸਿੱਖਾਂ ਦੀ ਭਗਤ ਮਾਲ ਵਿੱਚ ਇਹਦਾ ਜ਼ਿਕਰ ਹੈ, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਕੀਤਾ ਕਿ ਹਾਕਮ ਆਏ ਸੀ ਸਾਡੇ ਖੇਤਾਂ ਦੇ ਵਿੱਚ, ਉਹਨਾਂ ਦੇ ਘੋੜਿਆਂ ਨੇ ਸਾਰੀਆਂ ਫਸਲਾਂ ਜਿਹੜੀਆਂ ਆ ਬਰਬਾਦ ਕਰਕੇ ਰੱਖ ਦਿੱਤੀਆਂ। ਕੱਚੀ ਫਸਲ, ਪੱਕੀ ਫਸਲ, ਡੱਡਰੀ ਫਸਲ, ਉਹਨਾਂ ਨੇ ਨਹੀਂ ਦੇਖਿਆ ਵੀ ਕਿਹੜੀ ਫਸਲ ਹੈ, ਉਜਾੜ ਕੇ ਰੱਖ ਦਿੱਤੀ। ਸੋ ਇਸੇ ਤਰ੍ਹਾਂ ਮੌਤ ਦਾ ਵੀ ਕੀ ਪਤਾ, ਮੌਤ ਨੇ ਇਹ ਥੋੜ੍ਹੀ ਦੇਖਣਾ ਕੋਈ ਬੱਚਾ ਹੈ, ਕੋਈ ਜਵਾਨ ਹੈ, ਕੋਈ ਬਿਰਧ ਹੈ, ਮੌਤ ਕਦੀ ਵੀ ਆ ਸਕਦੀ ਹੈ। ਦੂਸਰੀ ਉਹਨਾਂ ਨੇ ਕਿਹਾ ਕਿ ਮੇਰੀ ਮਾਂ ਚੁੱਲ੍ਹਾ ਜਦੋਂ ਬਾਲਦੀ ਹੈ ਨਾ, ਲੱਕੜਾਂ ਵਿੱਚ ਲਗਾਉਂਦੀ ਹੈ ਅੱਗ, ਲੱਕੜਾਂ ਨੂੰ, ਕਈ ਵਾਰ ਲੱਕੜਾਂ ਨੂੰ, ਵੱਡੀਆਂ ਲੱਕੜਾਂ ਨੂੰ ਅੱਗ ਨਹੀਂ ਲੱਗਦੀ ਤਾਂ ਮੇਰੀ ਮਾਂ ਜਿਹੜੀ ਆ ਕੱਖ ਤੀਲੇ ਪਾ ਦਿੰਦੀ ਨੇ ਵਿੱਚ, ਉਹਨੂੰ ਅੱਗ ਪਹਿਲਾਂ ਲੱਗ ਜਾਂਦੀ। ਸੋ ਇਸ ਕਰਕੇ ਸੰਤ ਮਹਾਂਪੁਰਖ ਜੀ ਕਿ ਮੌਤ ਨੇ ਵੀ ਇਹ ਥੋੜ੍ਹੀ ਦੇਖਣਾ ਪਹਿਲਾਂ ਵੱਡੇ ਨੂੰ, ਵੱਡੀ ਉਮਰ ਵਾਲੇ ਨੂੰ ਲੈ ਜਾਵੇ, ਉਹ ਸਾਨੂੰ ਵੀ ਲੈ ਕੇ ਜਾ ਸਕਦੀ ਹੈ। ਸੋ ਇਸ ਕਰਕੇ ਮੌਤ ਤੋਂ ਮੈਨੂੰ ਬੜਾ ਡਰ ਲੱਗਦਾ ਹੈ ਨਾ। ਤੋ ਤੁਸੀਂ ਮੈਨੂੰ ਕੁਛ ਇਹੋ ਜਿਹੇ ਬਚਨ ਦੱਸੋ, ਇਹੋ ਜਿਹਾ ਗਿਆਨ ਦਿਓ ਰੱਬ ਦੇ ਘਰ ਦਾ, ਜਿਹਦੇ ਨਾਲ ਮੈਂ ਮੌਤ ਦੇ ਡਰ ਤੋਂ ਪਾਰ ਹੋ ਜਾਵਾਂ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਪੁੱਛਿਆ, ਭਾਈ ਤੇਰਾ ਨਾਮ ਕੀ ਹੈ? ਤੇ ਕਹਿੰਦਾ, ਜੀ ਮੇਰਾ ਨਾਮ ਬੂੜਾ। ਮਹਾਰਾਜ ਕਹਿੰਦੇ, ਬੂੜਾ, ਗੱਲਾਂ ਤਾਂ ਤੂੰ ਬੁੱਢਿਆਂ ਵਾਲੀਆਂ ਕਰਦਾ, ਸਿਆਣੀਆਂ ਵਾਲੀਆਂ, ਬਜ਼ੁਰਗਾਂ ਵਾਲੀਆਂ ਕਰਦਾ। ਸੋ ਮਹਾਰਾਜ ਨੇ ਬੂੜਾ ਜੀ ਦਾ ਨਾਮ ਜਿਹੜਾ, ਮਹਾਰਾਜ ਨੇ ਕਿਹਾ ਅੱਜ ਤੋਂ ਤੂੰ ਸਾਡਾ ਬੁੱਢਾ, ਬੁੱਢਾ ਨਾਮ ਰੱਖਤਾ, ਬਜ਼ੁਰਗ, ਸਿਆਣਾ। ਹੁਣ ਜਿਸ ਨੂੰ ਸਤਿਗੁਰ ਨਾਨਕ ਸੱਚੇ ਪਾਤਸ਼ਾਹ ਜੀ ਬਜ਼ੁਰਗ ਕਹਿ ਦੇਣ, ਸਿਆਣਾ ਕਹਿ ਦੇਣ, ਉਹ ਕਿਉਂ ਨਾ ਸਿਆਣਾ ਹੋਵੇਗਾ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਇੱਥੋਂ ਆਪਣੀ ਉਦਾਸੀ ਲਈ ਅੱਗੇ ਚਲੇ ਗਏ ਨੇ, ਲੇਕਿਨ ਇਹ ਜੋ ਬੂੜਾ ਜੀ ਦਾ ਨਾਮ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਬੁੱਢਾ ਰੱਖ ਦਿੱਤਾ ਸੀ, ਤਾਂ ਇਹ ਅੰਦਰ ਹੁਣ ਇੰਨਾ ਕੁ ਖਿੱਚ ਪੈ ਗਈ ਹੈ, ਆਪਣੀ ਮਾਂ ਨੂੰ ਕਿਹਾ ਕਿ ਅੰਮੀਏ ਮੈਂ ਉਸੇ ਮਹਾਂਪੁਰਖ ਦੇ ਨਾਲ ਰਹਿਣਾ ਹੈ। ਸੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਫਿਰ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਉੱਤੇ ਆ ਗਏ। ਕੱਥੂ ਨੰਗਲ ਦੇ ਨੇੜੇ ਹੀ ਪੈਂਦਾ ਸੀ ਇਹ ਇਲਾਕਾ। ਉੱਥੇ ਫਿਰ ਬਾਬਾ ਬੁੱਢਾ ਜੀ ਚਲੇ ਜਾਂਦੇ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ।
ਕਰਤਾਰਪੁਰ ਨਗਰ ਵਸਾਇਆ। ਬਾਬਾ ਬੁੱਢਾ ਜੀ ਉਸ ਸੇਵਾ ਵਿੱਚ ਨਾਮ ਸ਼ਾਮਲ ਨੇ। 18 ਸਾਲ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਉੱਥੇ ਖੇਤੀਬਾੜੀ ਕੀਤੀ ਹੈ। ਬਾਬਾ ਬੁੱਢਾ ਜੀ ਹਲ ਵਾਹੁਣ ਵਾਲਿਆਂ ਵਿੱਚ, ਖੇਤੀ ਬੀਜਣ ਵਾਲਿਆਂ ਵਿੱਚ ਨਾਲ ਸ਼ਾਮਲ ਨੇ। ਉੱਥੇ ਧਰਮਸ਼ਾਲਾ ਦੇ ਵਿੱਚ ਕੀਰਤਨ ਹੋਇਆ। ਬਾਬਾ ਬੁੱਢਾ ਜੀ ਕੀਰਤਨ ਕਰਨ ਵਾਲਿਆਂ ਵਿੱਚ, ਕੀਰਤਨ ਸੁਣਨ ਵਾਲਿਆਂ ਵਿੱਚ, ਸੰਗਤਾਂ ਵਿੱਚ ਵੀ ਆਪ ਨੇ। ਔਰ ਗੁਰੂ ਨਾਨਕ ਦੇ ਘਰ ਵਿੱਚ ਆ ਕੇ ਬਾਬਾ ਬੁੱਢਾ ਜੀ ਨੂੰ ਇਤਨੀ ਸਮਝ ਲੱਗ ਗਈ ਸੀ ਕਿ ਸੇਵਾ, ਸਿਮਰਨ, ਨਿਮਰਤਾ ਔਰ ਗੁਰੂ ਦੇ ਭਾਣੇ ਵਿੱਚ ਰਹਿਣਾ, ਇਹਦੇ ਇਸੇ ਤਰ੍ਹਾਂ ਹੀ ਸਿੱਖੀ ਕਮਾਈ ਜਾਂਦੀ ਹੈ। ਇਵੇਂ ਹੀ ਜਿਹੜਾ ਹੈ ਕਲਿਆਣ ਹੁੰਦਾ ਹੈ ਰੂਹ ਦਾ। ਸੋ ਬਾਬਾ ਬੁੱਢਾ ਜੀ ਸੇਵਾ, ਸਿਮਰਨ, ਨਿਮਰਤਾ ਦੇ ਵਿੱਚ ਜਿਹੜਾ ਆਪਣਾ ਜੀਵਨ ਬਤੀਤ ਕਰ ਰਹੇ ਨੇ। ਬਾਬਾ ਬੁੱਢਾ ਜੀ ਦੇ ਦੇਖਦੇ ਹਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਸ਼ਰਨ ਦੇ ਵਿੱਚ ਭਾਈ ਲਹਿਣਾ ਜੀ ਵੀ ਆ ਗਏ ਨੇ। 7 ਸਾਲ ਸੇਵਾ ਦੇ ਵਿੱਚ ਨੇ। ਔਰ ਬਾਬਾ ਬੁੱਢਾ ਜੀ ਅੱਖੀਂ ਦੇਖ ਰਹੇ ਨੇ ਭਾਈ ਲਹਿਣਾ ਜੀ ਇੱਕ ਇੱਕ ਹੁਕਮ ਕਮਾ ਰਹੇ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ, ਇੱਕ ਇੱਕ ਹੁਕਮ। ਹੁਣ 1539 ਦਾ ਸਮਾਂ ਆ ਗਿਆ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਆਪਣੀ ਜੋਤ ਭਾਈ ਲਹਿਣਾ ਜੀ ਦੇ ਵਿੱਚ ਟਿਕਾ ਦਿੱਤੀ। ਗੁਰੂ ਅੰਗਦ ਦੇਵ ਜੀ ਕਹਾਏ ਗੁਰੂ ਕਾ ਹੁਕਮ ਮੰਨ ਮੰਨ ਕੇ। ਸੋ ਇਹ ਬਾਬਾ ਬੁੱਢਾ ਜੀ ਨੂੰ ਕਿਤਨਾ ਮਾਣ ਦਿੱਤਾ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ। ਜਿੱਥੇ ਵੀ ਗੁਰੂ ਜੋਤ ਟਿਕਾਉਂਦੇ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ, ਬਾਬਾ ਬੁੱਢਾ ਜੀ ਨੂੰ ਮਾਣ ਹਾਸਲ ਹੋਇਆ ਕਿ ਉਹ ਗੁਰਿਆਈ ਦੀਆਂ ਰਸਮਾਂ ਬਾਬਾ ਬੁੱਢਾ ਜੀ ਅਦਾ ਕਰਦੇ ਨੇ। ਪਹਿਲਾ ਮੱਥਾ ਜਿੱਥੇ ਗੁਰੂ ਜੋਤ ਟੇਕਦੀ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਟੇਕਦੇ ਨੇ। ਉਸ ਤੋਂ ਬਾਅਦ ਸਿੱਖਾਂ ਵਿੱਚੋਂ ਪਹਿਲਾ ਮੱਥਾ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਟੇਕਦੇ ਨੇ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਤਾਂ ਆਪਣੀ ਜੋਤ ਟਿਕਾ ਦਿੱਤੀ, ਲੇਕਿਨ ਬਾਬਾ ਬੁੱਢਾ ਜੀ ਨੂੰ ਫਿਰ ਆਪਣੇ ਸੀਨੇ ਦੇ ਨਾਲ ਲਾ ਕੇ ਕਿਹਾ, ਬੁੱਢਿਆ ਤੇਥੋਂ ਕਦੇ ਓਹਲੇ ਨਾ ਹੋਸਾਂ। ਐਡਾ ਵੱਡਾ ਵਰ ਦੇ ਦਿੱਤਾ ਕਿ ਜਿਸ ਰੂਪ ਵਿੱਚ ਅਸੀਂ ਮਰਜੀ ਹੋਈਏ, ਕਦੀ ਵੀ ਤੇਰੇ ਤੋਂ ਓਹਲੇ ਅਸੀਂ ਨਹੀਂ ਹੋਵਾਂਗੇ। ਔਰ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਵਿੱਚ ਜੋਤ ਟਿਕਾ ਕੇ ਗੁਰੂ ਅੰਗਦ ਦੇਵ ਜੀ ਨੂੰ ਕਿਹਾ, ਤੁਸੀਂ ਖਡੂਰ ਸਾਹਿਬ ਚਲੇ ਜਾਓ। ਗੁਰੂ ਅੰਗਦ ਦੇਵ ਜੀ ਉੱਥੇ ਚਲੇ ਗਏ। 2.5 ਮਹੀਨਿਆਂ, 2.5 ਪੌਣੇ 3 ਮਹੀਨਿਆਂ ਬਾਅਦ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਆਪਣਾ ਸਰੀਰਕ ਚੋਲਾ ਤਿਆਗ ਦਿੱਤਾ, ਪ੍ਰੋਪਰ ਪਿਆਨਾ ਕਰ ਗਏ। ਉਧਰ ਗੁਰੂ ਅੰਗਦ ਦੇਵ ਜੀ ਜਿਹੜਾ ਇਕਾਂਤਵਾਸ ਹੋ ਗਏ। ਮਾਤਾ ਵਰਾਈ ਜੀ ਨੂੰ ਕਹਿ ਦਿੱਤਾ ਕਿ ਕਿਸੇ ਨੂੰ ਸਾਡਾ ਨਾਂ ਦੱਸਿਆ ਜਾਵੇ ਕਿ ਅਸੀਂ ਇੱਥੇ ਹਾਂ। ਇਕਾਂਤਵਾਸ ਨੇ। ਤੋਂ ਸੰਗਤਾਂ ਹੁਣ ਬੇਬਲ ਨੇ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਆਪਣਾ ਚੋਲਾ ਤਿਆਗ ਚੁੱਕੇ ਨੇ ਔਰ ਸੰਗਤਾਂ ਨੂੰ ਦੱਸਿਆ ਹੋਇਆ ਕਿ ਗੁਰੂ ਅੰਗਦ ਦੇਵ ਵਿੱਚ ਸਾਡੀ ਜੋਤ ਹੈ, ਲੇਕਿਨ ਗੁਰੂ ਅੰਗਦ ਦੇਵ ਜੀ ਹੈ ਕਿੱਥੇ, ਕਿਸੇ ਨੂੰ ਕੋਈ ਖਬਰ ਨਹੀਂ। ਸਿੱਖਾਂ ਨੇ ਬੜਾ ਭਾਲ ਕੀਤੀ, ਲੇਕਿਨ ਗੁਰੂ ਅੰਗਦ ਦੇਵ ਜੀ ਨਹੀਂ ਮਿਲ ਰਹੇ। ਫਿਰ ਭਾਈ ਅਜਿੱਤਾ ਰੰਧਾਵਾ ਜੀ, ਉਹਨਾਂ ਨੇ ਕਿਹਾ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਬਾਬਾ ਬੁੱਢਾ ਜੀ ਨੂੰ ਵਰ ਦੇ ਕੇ ਗਏ ਨੇ, ਜਾ ਬੁੱਢਿਆ ਤੇਥੋਂ ਕਦੇ ਓਹਲੇ ਨਾ ਹੋਸਾਂ। ਸੋ ਚਲੋ ਬਾਬਾ ਬੁੱਢਾ ਜੀ ਦੇ ਕੋਲ ਚੱਲੀਏ। ਬਾਬਾ ਬੁੱਢਾ ਜੀ ਕੁਝ ਸਮਾਂ ਆਪਣੇ ਘਰ ਗਏ ਹੋਏ ਨੇ, ਤਾਂ ਉੱਥੇ ਫਿਰ ਜਾਂਦੇ ਨੇ ਸਾਰੀਆਂ ਸੰਗਤਾਂ ਮਿਲ ਕੇ ਬਾਬਾ ਬੁੱਢਾ ਜੀ ਦੇ ਪਾਸ ਜਾ ਕੇ ਹੱਥ ਜੋੜ ਕੇ ਬੇਨਤੀਆਂ ਕਰਦੀਆਂ ਨੇ ਕਿ ਬਾਬਾ ਬੁੱਢਾ ਜੀ, ਤੁਹਾਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਵਰ ਦੇ ਕੇ ਗਏ ਨੇ ਕਿ ਤੁਹਾਡੇ ਤੋਂ ਕਦੀ ਓਹਲੇ ਨਹੀਂ ਹੋਣਗੇ, ਤਾਂ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਾਓ ਗੁਰੂ ਅੰਗਦ ਦੇਵ ਜੀ ਦੇ ਰੂਪ ਦੇ ਵਿੱਚ। ਅਸੀਂ ਬੜੀ ਭਾਲ ਕੀਤੀ, ਸਾਨੂੰ ਕਿਤੇ ਵੀ ਨਹੀਂ ਮਿਲੇ ਉਹ। ਸੋ ਬਾਬਾ ਬੁੱਢਾ ਜੀ ਸੰਗਤਾਂ ਦੀ ਬੇਨਤੀ ਪ੍ਰਵਾਨ ਕੀਤੀ ਔਰ ਸੰਗਤਾਂ ਦੇ ਨਾਲ ਚੱਲ ਪਏ ਨੇ। ਔਰ ਦੇਖੋ ਹੁਣ ਸਾਰੇ ਸਿੱਖਾਂ ਨੇ ਲੱਭਿਆ, ਕਿਸੇ ਨੂੰ ਨਹੀਂ ਲੱਭੇ ਗੁਰੂ ਅੰਗਦ ਦੇਵ ਜੀ। ਬਾਬਾ ਬੁੱਢਾ ਜੀ ਸਿੱਧਾ ਹੀ ਅਰਦਾਸਾ ਸੋਧ ਕੇ ਸੰਗਤਾਂ ਨੂੰ ਲੈ ਕੇ ਜਿੱਥੇ ਮਾਤਾ ਵਰਾਈ ਜੀ ਦੇ ਘਰ ਵਿੱਚ ਜਾ ਪਹੁੰਚੇ ਨੇ। ਉੱਥੇ ਜਾ ਕੇ ਮਾਤਾ ਵਰਾਈ ਜੀ ਨੂੰ ਬਾਬਾ ਬੁੱਢਾ ਜੀ ਕਹਿੰਦੇ ਨੇ ਕਿ ਮਾਤਾ ਜੀ, ਮਾਤਾ ਵਰਾਈ ਨੂੰ ਕਹਿੰਦੇ ਨੇ ਕਿ ਗੁਰੂ ਜੋਤ ਤੁਹਾਡੇ ਗ੍ਰਹਿ ਵਿਖੇ ਹੈ। ਅੱਗੋਂ ਮਾਤਾ ਵਰਾਈ ਕਹਿੰਦੀ, ਬਾਬਾ ਤੈਨੂੰ ਕਿਸ ਆਖਿਆ ਕਿ ਗੁਰੂ ਜੋਤ ਮੇਰੇ ਗ੍ਰਹਿ ਵਿਖੇ ਹੈ? ਬਾਬਾ ਬੁੱਢਾ ਜੀ ਮੁਸਕਰਾ ਕੇ ਕਹਿੰਦੇ ਨੇ, ਮਾਈ ਤੇਰੇ ਚਿਹਰੇ ਦੀ ਰੌਣਕ, ਤੇਰੇ ਚਿਹਰੇ ਦੀ ਲਾਲੀ, ਇਹ ਤੇਰੇ ਚਿਹਰੇ ਦਾ ਨੂਰ ਦੱਸਦਾ ਹੈ ਕਿ ਗੁਰੂ ਜੋਤ ਤੇਰੇ ਘਰ ਵਿੱਚ ਹੈ। ਅੱਗੋਂ ਮਾਤਾ ਵਰਾਈ ਨੇ ਕਿਹਾ ਬਾਬਾ ਬੁੱਢਾ ਜੀ ਨੂੰ ਕਿ ਬਾਬਾ ਬੁੱਢਾ ਸਾਹਿਬ, ਤੁਹਾਨੂੰ ਕੋਈ ਨਾਂ ਨਹੀਂ ਔਰ ਤੁਹਾਡੇ ਤੋਂ ਗੁਰੂ ਨਾਨਕ ਛੁਪਿਆ ਵੀ ਨਹੀਂ ਹੋਇਆ, ਪਰ ਮੈਂ ਗੁਰੂ ਹੁਕਮਾਂ ਵਿੱਚ ਵੱਜੀ ਹੋਈ ਹਾਂ। ਮੈਨੂੰ ਆਪਣੇ ਆਪਣੇ ਗੁਰੂ ਦੇ ਹੁਕਮ ਵਿੱਚ ਵੱਜੀ ਰਹਿਣ ਦਿਓ। ਇਸ਼ਾਰਾ ਕਰ ਦਿੱਤਾ ਕਿ ਮੈਨੂੰ ਨਹੀਂ ਦੱਸ ਸਕਦੀ, ਮੈਨੂੰ ਨਹੀਂ ਹੁਕਮ। ਫਿਰ ਬਾਬਾ ਬੁੱਢਾ ਜੀ ਨੇ ਸੰਗਤਾਂ ਨੂੰ ਕਿਹਾ, ਗੁਰੂ ਨਾਨਕ ਦੇ ਦਰਸ਼ਨ ਕਰਨੇ ਨੇ? ਸੰਗਤਾਂ ਨੇ ਕਿਹਾ, ਹਾਂ ਬਾਬਾ ਜੀ ਗੁਰੂ ਨਾਨਕ ਦੇ ਦਰਸ਼ਨ ਕਰਨੇ ਨੇ। ਫਿਰ ਬਾਬਾ ਬੁੱਢਾ ਜੀ ਸੰਗਤਾਂ ਨੂੰ ਲੈ ਕੇ ਉਹ ਜਿੱਥੇ ਕਿ ਗੁਰੂ ਅੰਗਦ ਦੇਵ ਜੀ ਅੰਦਰ ਨੇ, ਬਾਹਰ ਦਰਵਾਜ਼ਾ ਜਿਹੜਾ ਬੰਦ ਕੀਤਾ ਹੋਇਆ ਹੈ, ਮਾਤਾ ਵਰਾਈ ਨੇ ਲਿਪਿਆ ਹੋਇਆ ਹੈ, ਉੱਥੇ ਸੰਗਤਾਂ ਨੂੰ ਲੈ ਕੇ ਬੈਠ ਜਾਂਦੇ ਨੇ। ਕਹਿੰਦੇ ਨੇ ਕਿ ਕੀਰਤਨ ਕਰੋ। ਹੋ ਹੀ ਨਹੀਂ ਸਕਦਾ ਹਰੀ ਦੀ ਕੀਰਤੀ ਕੀਤੀ ਜਾਵੇ ਔਰ ਗੁਰੂ ਨਾਨਕ ਦਰਸ਼ਨ ਨਾ ਦੇਵੇ। ਤਾਂ ਸੰਗਤਾਂ ਨੇ ਕੀਰਤਨ ਕਰਨਾ ਸ਼ੁਰੂ ਕੀਤਾ। ਤਾਂ ਸੰਗਤ ਜੀ ਕਿਵਾੜ ਖੁੱਲੇ, ਦਰਵਾਜ਼ਾ ਖੁੱਲਿਆ,
ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਸੰਗਤਾਂ ਦੇ ਵਿੱਚ ਆ ਬਿਰਾਜੇ। ਬਾਬਾ ਬੁੱਢਾ ਜੀ ਨੇ ਫਟਾਫਟ ਸਤਿਗੁਰਾਂ ਦੇ ਗੁਰੂ ਅੰਗਦ ਦੇਵ ਜੀ ਚਰਨ ਮਹਾਰਾਜ ਜੀ ਦੇ ਚਰਨਾਂ ਵਿੱਚ ਆਪਣਾ ਸੀਸ ਰੱਖ ਦਿੱਤਾ ਔਰ ਹੱਥ ਜੋੜ ਕੇ ਬੇਨਤੀ ਕੀਤੀ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸੰਗਤਾਂ ਨੂੰ ਤੁਹਾਡੇ ਲੜ ਲਗਾ ਕੇ ਗਏ ਨੇ ਤੇ ਮਹਾਰਾਜ ਜੀ ਤੁਸੀਂ ਏਕਾਂਤਵਾਸ ਹੋ ਗਏ। ਉੱਥੇ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਨੇਤਰ ਛਲ ਕੇ ਨੇਤਰਾਂ ਵਿੱਚੋਂ ਜਲ ਨੀਰ ਵਹਿ ਰਿਹਾ ਔਰ ਪਹਿਲਾ ਸ਼ਲੋਕ ਉਹਨਾਂ ਨੇ ਗੁਰਬਾਣੀ ਵਿੱਚ ਉਹਨਾਂ ਦੀ ਬਾਣੀ ਦਰਜ ਹੈ। ਪਹਿਲਾ ਸ਼ਲੋਕ ਗੁਰੂ ਅੰਗਦ ਦੇਵ ਜੀ ਨੇ ਉੱਥੇ ਉਚਾਰਨ ਕੀਤਾ, ਜਿਸ ਪਿਆਰੇ ਸੀ ਨੇਹੋ ਤਿਸ ਆਗੇ ਮਰ ਚੱਲੀਏ, ਤ੍ਰਿਗ ਜੀਵਨ ਸੰਸਾਰ ਤਾਂ ਕੇ ਪਾਛੇ ਜੀਵਨ। ਸੋ ਇਹ ਵਿਰਾਗ ਇਹ ਉਸ ਪਿਆਰੇ ਦੇ ਪ੍ਰੇਮ ਦੇ ਵਿੱਚ ਇਕਾਂਤਵਾਸ ਵਿੱਚ ਨੇ ਔਰ ਉਸੇ ਪਿਆਰੇ ਦੇ ਪ੍ਰੇਮ ਦੇ ਵਿੱਚ ਪਹਿਲੀ ਬਾਣੀ ਜਿਹੜੀ ਹੈ ਉਚਾਰਨ ਕੀਤੀ। ਹੁਣ ਬਾਬਾ ਬੁੱਢਾ ਜੀ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਫਿਰ ਸੀਸ ਰੱਖ ਕੇ ਕਹਿੰਦੇ ਨੇ, ਸੱਚੇ ਪਾਤਸ਼ਾਹ ਜੀ ਦਾਸ ਨੂੰ ਸੇਵਾ ਬਖਸ਼ੋ। ਦੇਖੋ ਕਿੰਨੀ ਨਿਮਰਤਾ ਨਾਲ ਕਹਿ ਰਹੇ ਨੇ, ਦਾਸ ਨੂੰ ਸੇਵਾ ਬਖਸ਼ੋ। ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਨੇ, ਬਾਬਾ ਬੁੱਢਾ ਜੀ ਤੁਹਾਨੂੰ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਆਪਣੇ ਸੀਨੇ ਦੇ ਨਾਲ ਲਾਇਆ ਔਰ ਤੁਹਾਨੂੰ ਇਤਨਾ ਵਰਦਾਨ ਦੇ ਗਏ ਨੇ, ਇਤਨਾ ਵਰ ਦੇ ਗਏ ਨੇ, ਜਾ ਬੁੱਢਿਆ ਤੇਥੋਂ ਕਦੇ ਓਲੇ ਨਾ ਹੋਸਾਂ। ਤਾਂ ਗੁਰੂ ਅੰਗਦ ਦੇਵ ਜੀ ਕਹਿੰਦੇ ਨੇ, ਤਿੰਨ ਕੋ ਕਿਆ ਉਪਦੇਸੀਏ ਜਿਨ ਗੁਰੂ ਨਾਨਕ ਦਿਓ। ਜਿਹਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਆਪਣੇ ਸੀਨੇ ਨਾਲ ਲਾਇਆ ਹੋਵੇ, ਐਡੀਆਂ ਐਡੀਆਂ ਬਖਸ਼ਿਸ਼ਾਂ ਕਰ ਦਿੱਤੀਆਂ ਹੋਣ, ਉਹਨਾਂ ਨੂੰ ਅਸੀਂ ਕੀ ਉਪਦੇਸ਼ ਦੇਣਾ। ਅੱਗੇ ਬਾਬਾ ਬੁੱਢਾ ਜੀ ਹੱਥ ਜੋੜ ਕੇ ਕਹਿੰਦੇ ਨੇ, ਨਾ ਮੇਰੇ ਦਾਤਾ ਜੀ, ਮੈਂ ਤਾਂ ਆਪ ਜੀ ਦੇ ਦਰ ਦਾ ਸੇਵਾਦਾਰ ਹਾਂ, ਸੇਵਕ ਹਾਂ, ਚਾਕਰ ਹਾਂ, ਕੁੱਕਰ ਹਾਂ, ਦਾਸ ਨੂੰ ਸੇਵਾ ਬਖਸ਼ੋ। ਤੋ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਸੰਗਤਾਂ ਦੇ ਨਾਲ, ਬਾਬਾ ਬੁੱਢਾ ਜੀ ਦੇ ਨਾਲ ਫਿਰ ਗੁਰੂ ਨਾਨਕ ਦੇ ਘਰ ਦੀ ਸੇਵਾ ਸ਼ੁਰੂ ਹੋ ਗਈ। ਸੋ ਬਾਬਾ ਬੁੱਢਾ ਜੀ ਅਣਥੱਕ ਸੇਵਾ ਕਰ ਰਹੇ ਨੇ। ਗੁਰੂ ਅੰਗਦ ਦੇਵ ਜੀ ਦੇ ਮਹਿਲ ਮਾਤਾ ਖੀਵੀ ਜੀ ਦੇ ਨਾਲ ਮਿਲ ਕੇ ਲੰਗਰਾਂ ਵਿੱਚ ਵੀ ਸੇਵਾ ਕਰ ਰਹੇ ਨੇ, ਹਰ ਤਰ੍ਹਾਂ ਦੀ ਸੇਵਾ ਨਿਭਾ ਰਹੇ ਨੇ ਬਾਬਾ ਬੁੱਢਾ ਜੀ। ਹੁਣ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਬਾਬਾ ਅਮਰਦਾਸ ਜੀ ਵੀ ਆ ਚੁੱਕੇ ਨੇ। ਬਾਬਾ ਅਮਰਦਾਸ ਜੀ ਸੇਵਾ ਕਰ ਰਹੇ ਨੇ 11 ਸਾਲ। ਸੰਗਤ ਜੀ ਕੁੜਮ ਸਮਝ ਕੇ ਨਹੀਂ ਸੇਵਾ ਕੀਤੀ, ਰਿਸ਼ਤੇਦਾਰ ਬਣ ਕੇ ਨਹੀਂ ਸੇਵਾ ਕੀਤੀ, ਗੁਰੂ ਕੇ ਚਰਨਾਂ ਦੇ ਭੌਰੇ ਸਿੱਖ ਬਣ ਕੇ ਬਾਬਾ ਅਮਰਦਾਸ ਜੀ ਨੇ ਸੇਵਾ ਕੀਤੀ ਹੈ। ਹੁਣ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਆਪਣੀ ਜੋਤ ਜਿਹੜੀ ਹੈ ਉਹ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਵਿੱਚ ਟਿਕਾਣੀ ਹੈ। ਬਾਬਾ ਬੁੱਢਾ ਜੀ ਨੂੰ ਸਾਰਾ ਦੱਸਿਆ ਕਿ ਗੁਰਾਈ ਦੀਆਂ ਰਸਮਾਂ ਜਿਹੜੀਆਂ ਤੁਸੀਂ ਅਦਾ ਕਰਨੀਆਂ ਨੇ। ਸੋ ਗੁਰੂ ਅੰਗਦ ਦੇਵ ਜੀ ਨੇ ਆਪਣੀ ਜੋਤ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਵਿੱਚ ਟਿਕਾਈ ਹੈ ਔਰ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਜੋਤ ਉੱਥੇ ਆਪਣੀ ਟਿਕਾਈ ਗੁਰੂ ਅਮਰਦਾਸ ਜੀ ਦੇ ਵਿੱਚ। ਬਾਬਾ ਬੁੱਢਾ ਜੀ ਨੇ ਗੁਰਾਈ ਦੀਆਂ ਰਸਮਾਂ ਅਦਾ ਕੀਤੀਆਂ ਨੇ ਔਰ ਨਾਲ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਬਾਬਾ ਬੁੱਢਾ ਜੀ ਦਾ ਹੱਥ ਪਕੜਿਆ ਔਰ ਗੁਰੂ ਅਮਰਦਾਸ ਜੀ ਮਹਾਰਾਜ ਦੇ ਹੱਥਾਂ ਵਿੱਚ ਪਕੜਾ ਕੇ ਕਿਹਾ, ਇਹ ਬਹੁਤ ਭਾਰੀ ਸਿੱਖ ਹੈ, ਇਹਨਾਂ ਨੂੰ ਹਮੇਸ਼ਾ ਹੀ ਆਪਣੇ ਨਾਲ ਰੱਖਣਾ। ਸੋ ਗੁਰੂ ਨਾਨਕ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਕੀ ਵਰ ਦਿੱਤਾ ਸੰਗਤ ਜੀ, ਜਾਂ ਬੁੱਢਿਆ ਤੇ ਇੱਥੋਂ ਕਦੇ ਓਲੇ ਨਾ ਹੋਸਾ। ਹੁਣ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਕੀ ਦੇ ਰਹੇ ਨੇ, ਕਹਿੰਦੇ ਨੇ ਭਾਰੀ ਸਿੱਖ ਹੈ, ਭਾਰੀ ਸਿੱਖ ਦਾ ਦਰਜਾ ਦੇ ਦਿੱਤਾ। ਹੁਣ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ, ਬਾਬਾ ਬੁੱਢਾ ਜੀ ਕੁਝ ਸਮਾਂ ਫਿਰ ਆਪਣੇ ਘਰ ਚਲੇ ਜਾਂਦੇ ਸਨ, ਆਪਣੇ ਘਰ ਗਏ ਨੇ ਪਰਿਵਾਰ ਦੇ ਕੋਲ। ਬਾਬਾ ਬੁੱਢਾ ਜੀ ਵਿਆਹੇ ਹੋਏ ਸਨ, ਬੀਬੀ ਅਮਰੋਆ ਜੀ ਦੇ ਨਾਲ ਬਾਬਾ ਬੁੱਢਾ ਜੀ ਦਾ ਜਿਹੜਾ ਵਿਆਹ ਹੋਇਆ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਵੇਲੇ। ਉਦੋਂ ਜਦੋਂ ਬਾਬਾ ਬੁੱਢਾ ਜੀ ਦਾ ਵਿਆਹ ਹੋਇਆ, ਗੁਰੂ ਨਾਨਕ ਦੇਵ ਜੀ ਉਦਾਸੀਆਂ ਤੇ ਗਏ ਹੋਏ ਸਨ। ਗੁਰੂ ਨਾਨਕ ਦੇਵ ਜੀ ਦਾ ਪਰਿਵਾਰ, ਗੁਰੂ ਕੇ ਮਹਿਲ ਔਰ ਗੁਰੂ ਕੇ ਜਿਹੜੇ ਦੋਨੋਂ ਸਾਹਿਬਜ਼ਾਦੇ ਉਹ ਵਿਆਹ ਵਿੱਚ ਸ਼ਾਮਿਲ ਹੋਏ ਸਨ। ਬਾਬਾ ਸ਼੍ਰੀ ਚੰਦ ਜੀ, ਬਾਬਾ ਲਖਮੀ ਚੰਦ ਦਾਸ ਜੀ ਜਿਹੜੇ ਆ ਉਹ ਬਰਾਤ ਵੀ ਗਏ ਸਨ। ਸੋ ਬਾਬਾ ਬੁੱਢਾ ਜੀ ਕੁਝ ਸਮਾਂ ਆਪਣੇ ਪਰਿਵਾਰ ਵਿੱਚ ਵੀ ਚਲੇ ਜਾਇਆ ਕਰਦੇ ਸਨ। ਹੁਣ ਆਪਣੇ ਪਰਿਵਾਰ ਵਿੱਚ ਗਏ ਹੋਏ ਨੇ ਤੇ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਆਪਣੇ ਗੋਇੰਦਵਾਲ ਸਾਹਿਬ ਨੇ ਸੰਗਤਾਂ ਦੇ ਵਿੱਚ ਇਲਾਹੀ ਉਪਦੇਸ਼ ਦੇ ਰਹੇ ਨੇ। ਤਾਂ ਗੁਰੂ ਅੰਗਦ ਦੇਵ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਦਾਤੂ ਜੀ, ਉਹ ਭਰੀ ਸਭਾ ਦੇ ਵਿੱਚ ਗੁਰੂ ਅਮਰਦਾਸ ਜੀ ਮਹਾਰਾਜ ਜੀ ਤਖਤਾਂ ਦੇ ਉੱਤੇ ਸੁਸ਼ੋਭਿਤ ਨੇ, ਭਰੀ ਸਭਾ ਵਿੱਚ ਆ ਕੇ ਲੱਤ ਮਾਰਦੇ ਨੇ ਗੁਰੂ ਅਮਰਦਾਸ ਜੀ ਮਹਾਰਾਜ ਨੂੰ, ਬਾਬਾ ਦਾਤੂ ਜੀ। ਔਰ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਗੁਰਤਾ ਗੱਦੀ ਦੇ ਮਾਲਕ ਨੇ, ਗੁਰੂ ਨਾਨਕ ਦੀ ਗੱਦੀ ਦੇ ਮਾਲਕ ਨੇ, ਜੋ ਮਰਜ਼ੀ ਬਚਨ ਕਰ ਸਕਦੇ ਸਨ, ਲੇਕਿਨ ਇਤਨੇ ਸਹਿਜ ਭਾਵ ਵਿੱਚ, ਇਤਨੇ ਨਿਮਰਤਾ ਦੇ ਵਿੱਚ ਕਿ ਬਾਬਾ ਦਾਤੂ ਜੀ ਦਾ ਚਰਨ ਪਕੜ ਲਿਆ ਆਪਣੇ ਹੱਥਾਂ ਦੇ ਨਾਲ, ਪੈਰ ਪਕੜ ਕੇ ਕਹਿੰਦੇ ਨੇ, ਗੁਰੂ ਕੇ ਲਾਲ, ਗੁਰੂ ਘਰ ਦੀ ਸੇਵਾ ਕਰਦੇ ਹਾਂ, ਸਾਡੀਆਂ ਹੱਡੀਆਂ ਜਿਹੜੀਆਂ ਨੇ ਬਿਰਧ ਵੀ ਨੇ ਤਾਂ ਔਰ ਸਖਤ ਵੀ ਹੋ ਚੁੱਕੀਆਂ ਨੇ, ਕਿਤੇ ਗੁਰੂ ਕੇ ਲਾਲ ਦੇ ਕੋਮਲ ਚਰਨ ਨੂੰ ਸਾਡੀ ਬਿਰਧ ਹੱਡੀਆਂ ਦੀ ਸੱਟ ਤਾਂ ਨਹੀਂ ਲੱਗੀ।
ਇਤਨੀ ਨਿਮਰਤਾ ਦਿਖਾ ਰਹੇ ਨੇ। ਲੇਕਿਨ ਬਾਬਾ ਦਾਤੂ ਜੀ ਕ੍ਰੋਧ ਦੇ ਵਿੱਚ ਉਹ ਕਹਿੰਦੇ ਨੇ, ਤੁਸੀਂ ਬਸ ਅੱਜ ਦਾ ਦਿਨ ਇੱਥੇ ਹੋ, ਕੱਲ ਸਵੇਰ ਦੇ ਦੀਵਾਨਾਂ ਵਿੱਚ ਤੁਸੀਂ ਇੱਥੇ ਨਜ਼ਰ ਨਹੀਂ ਆਉਣੇ ਚਾਹੀਦੇ। ਧੰਨ ਸ਼੍ਰੀ ਗੁਰੂ ਅਮਰਦਾਸ ਜੀ ਕਹਿੰਦੇ ਨੇ, ਗੁਰੂ ਕੇ ਲਾਲ, ਜਿਵੇਂ ਤੁਸੀਂ ਕਹਿੰਦੇ ਇਵੇਂ ਹੀ ਹੋਏਗਾ, ਕੱਲ ਨੂੰ ਅਸੀਂ ਇੱਥੇ ਨਜ਼ਰ ਨਹੀਂ ਆਵਾਂਗੇ। ਸੋ ਗੁਰੂ ਅਮਰਦਾਸ ਜੀ ਮਹਾਰਾਜ ਜੀ ਆਪਣੀ ਘੋੜੀ ਲੈ ਕੇ ਉੱਥੋਂ ਚਲੇ ਜਾਂਦੇ ਨੇ ਬਾਸਰ ਕੇ। ਹੁਣ ਸਵੇਰ ਦੇ ਜਦੋਂ ਦੀਵਾਨ ਸਜਦੇ ਨੇ ਤਾਂ ਸੰਗਤਾਂ ਕੀ ਦੇਖ ਰਹੀਆਂ ਨੇ ਕਿ ਗੁਰੂ ਨਾਨਕ ਦੀ ਜੋਤ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਦੇ ਵਿੱਚ ਹੈ, ਇਹ ਤਾਂ ਹੈ, ਲੇਕਿਨ ਗੁਰੂ ਅਮਰਦਾਸ ਜੀ ਤਾਂ ਹੈ ਹੀ ਨਹੀਂ ਦੀਵਾਨਾਂ ਦੇ ਵਿੱਚ। ਫਿਰ ਸੰਗਤਾਂ ਨੇ ਭਾਲ ਕਰਨੀ ਸ਼ੁਰੂ ਕਰ ਦਿੱਤੀ, ਲੇਕਿਨ ਗੁਰੂ ਅਮਰਦਾਸ ਜੀ ਕਿਤੇ ਵੀ ਨਹੀਂ ਨਜ਼ਰ ਆਏ। ਫਿਰ ਸੰਗਤਾਂ ਇਕੱਠੀਆਂ ਹੋ ਕੇ ਬਾਬਾ ਬੁੱਢਾ ਜੀ ਦੇ ਪਾਸ ਜਾਂਦੀਆਂ ਨੇ ਕਿ ਬਾਬਾ ਬੁੱਢਾ ਜੀ, ਸਾਨੂੰ ਗੁਰੂ ਨਾਨਕ ਦੇ ਦਰਸ਼ਨ ਕਰਾਓ, ਤੁਹਾਡੇ ਤੋਂ ਗੁਰੂ ਨਾਨਕ ਕਿਤੇ ਛੁਪੇ ਨਹੀਂ ਹੋਏ। ਬਾਬਾ ਬੁੱਢਾ ਜੀ ਫਿਰ ਸੰਗਤਾਂ ਦੀ ਬੇਨਤੀ ਸੁਣ ਕੇ ਆਉਂਦੇ ਨੇ, ਔਰ ਜਦ ਤੱਕ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦੀ ਘੋੜੀ ਜਿਹੜੀ ਉਹ ਵਾਪਸ ਆ ਚੁੱਕੀ ਹੈ, ਉੱਥੇ ਬਾਬਾ ਬੁੱਢਾ ਜੀ ਗੁਰੂ ਅਮਰਦਾਸ ਜੀ ਮਹਾਰਾਜ ਦੀ ਘੋੜੀ ਨੂੰ ਲੈਂਦੇ ਨੇ, ਅਰਦਾਸ ਬੇਨਤੀ ਕਰਦੇ ਨੇ, ਸੰਗਤਾਂ ਨੂੰ ਲੈਂਦਿਆਂ ਸ਼ਬਦ ਕੀਰਤਨ ਕਰਦਿਆਂ ਸਿੱਧਾ ਉੱਥੇ ਪਹੁੰਚ ਜਾਂਦੇ ਨੇ ਬਾਸਰ ਕੇ, ਜਿੱਥੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਅੰਦਰ ਇੱਕ ਕੋਠੇ ਦੇ ਵਿੱਚ ਨੇ, ਇੱਕ ਕਮਰੇ ਦੇ ਵਿੱਚ ਨੇ, ਜਿੱਥੇ ਕਿ ਬਾਹਰ ਲਿਖ ਕੇ ਲਾਇਆ ਹੋਇਆ, ਜਿਹੜਾ ਦਰਵਾਜ਼ਾ ਖੋਲੇਗਾ ਗੁਰੂ ਕਾ ਸਿੱਖ ਨਹੀਂ ਹੋਵੇਗਾ। ਹੁਣ ਸੰਗਤਾਂ ਨੂੰ ਪਤਾ ਤਾਂ ਚੱਲ ਗਿਆ ਵੀ ਇੱਥੇ ਹੈ ਗੁਰੂ ਨਾਨਕ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ, ਲੇਕਿਨ ਹੁਣ ਦਰਵਾਜ਼ਾ ਕੌਣ ਖੋਲੇ, ਵੀ ਜਿਹੜਾ ਦਰਵਾਜ਼ਾ ਖੋਲੇਗਾ ਗੁਰੂ ਕਾ ਸਿੱਖ ਨਹੀਂ ਹੋਵੇਗਾ। ਤਾਂ ਸਾਰੇ ਪ੍ਰੇਮ ਕਰਦੇ ਨੇ, ਕੋਈ ਵੀ ਨਹੀਂ ਚਾਹੁੰਦਾ ਕਿ ਮੈਂ ਗੁਰੂ ਕਾ ਸਿੱਖ ਨਾ ਹੋਵਾਂ। ਸੰਗਤਾਂ ਹੁਣ ਵਿਰਲਾਪ ਕਰਨ ਲੱਗ ਗਈਆਂ, ਭੁੱਬਾਂ ਮਾਰ ਕੇ ਰੋਣ ਲੱਗ ਗਈਆਂ ਵੀ ਕਿਵੇਂ ਦਰਸ਼ਨ ਕਰੀਏ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ। ਬਾਬਾ ਬੁੱਢਾ ਜੀ ਸੰਗਤਾਂ ਨੂੰ ਕਹਿੰਦੇ ਨੇ, ਸੰਗਤ ਜੀ ਗੁਰੂ ਨਾਨਕ ਦੇ ਦਰਸ਼ਨ ਕਰਨੇ ਨੇ। ਸੰਗਤਾਂ ਨੇ ਕਿਹਾ, ਹਾਂ ਬਾਬਾ ਜੀ ਗੁਰੂ ਨਾਨਕ ਦੇ ਦਰਸ਼ਨ ਕਰਨੇ ਨੇ। ਧੰਨ ਬਾਬਾ ਬੁੱਢਾ ਜੀ ਨੇ ਕਿਹਾ, ਤੁਸੀਂ ਸ਼ਾਂਤ ਹੋ ਜਾਓ, ਤੁਸੀਂ ਵਿਰਲਾਪ ਨਾ ਕਰੋ, ਤੁਹਾਨੂੰ ਗੁਰੂ ਨਾਨਕ ਦੇ ਦਰਸ਼ਨ ਜ਼ਰੂਰ ਹੋਣਗੇ। ਸੰਗਤ ਜੀ, ਤੁਹਾਡੀ ਪ੍ਰੇਮ ਦੀ ਖਾਤਰ, ਤੁਹਾਡੀ ਦਰਸ਼ਨਾਂ ਦੀ ਇਹ ਜੋ ਪਿਆਸ ਹੈ, ਇਹਦੀ ਖਾਤਰ ਮੈਂ ਅੱਜ ਚੋਰੀ ਕਰਾਂਗਾ। ਤਾਂ ਬਾਬਾ ਬੁੱਢਾ ਜੀ ਫਿਰ ਕੀ ਕਰਦੇ ਨੇ, ਸੰਨ ਲਾਉਂਦੇ ਨੇ ਉਸ ਕਮਰੇ ਨੂੰ ਜਿੱਥੇ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਾਰੇ ਨੇ। ਸੰਨ ਸੰਗਤ ਜੀ ਕੀ ਹੁੰਦੀ ਹੈ ਕਿ ਮੋਹਰੀ ਕਰਕੇ ਦੀਵਾਰ ਪਾੜ ਕੇ ਜਿਹੜਾ ਰਸਤਾ ਬਣਾ ਲੈਣਾ, ਉਹਨੂੰ ਕਹਿੰਦੇ ਨੇ ਸੰਨ। ਤਾਂ ਬਾਬਾ ਬੁੱਢਾ ਜੀ ਉਹ ਇੱਕ ਹੋਲ ਕਰ ਲੈਂਦੇ ਨੇ, ਮੋਹਰੀ ਬਣਾ ਲੈਂਦੇ ਨੇ, ਤਾਂ ਉਹ ਦੀਵਾਰ ਵਿੱਚੋਂ ਅੰਦਰ ਚਲੇ ਜਾਂਦੇ ਨੇ। ਉੱਥੇ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਆਪਣੀ ਬੰਦਗੀ ਵਿੱਚ ਲੀਨ ਨੇ, ਨੇਤਰ ਬੰਦ ਨੇ। ਬਾਬਾ ਬੁੱਢਾ ਜੀ ਚਰਨਾਂ ਵਿੱਚ ਜਾ ਕੇ ਬੈਠ ਜਾਂਦੇ ਨੇ ਸ਼ਾਂਤ ਹੋ ਕੇ। ਗੁਰੂ ਅਮਰਦਾਸ ਜੀ ਆਪਣੇ ਨੇਤਰ ਖੋਲਦੇ ਨੇ ਤਾਂ ਬਾਬਾ ਬੁੱਢਾ ਜੀ ਫਟਾਫਟ ਚਰਨਾਂ ਵਿੱਚ ਸੀਸ ਰੱਖਦੇ ਨੇ। ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਕਹਿੰਦੇ ਨੇ, ਬਾਬਾ ਬੁੱਢਾ ਸਾਹਿਬ, ਤੁਸੀਂ ਦੇਖਿਆ ਨਹੀਂ ਬਾਹਰ ਕੀ ਲਿਖ ਕੇ ਲਗਾਇਆ ਹੋਇਆ, ਜਿਹੜਾ ਸਾਡਾ ਦਰਵਾਜ਼ਾ ਖੋਲੇਗਾ ਸਾਡਾ ਸਿੱਖ ਨਹੀਂ ਹੋਵੇਗਾ। ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਨੇ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ, ਉਹ ਪੜ੍ਹਿਆ ਦਾਤਾ ਜੀ, ਤੁਹਾਡੀ ਹੁਕਮਦੁੱਲੀ ਨਹੀਂ ਕੀਤੀ ਗਈ ਮਹਾਰਾਜ ਜੀ, ਦਰਵਾਜ਼ਾ ਤਾਂ ਅਸੀਂ ਛੇੜਿਆ ਵੀ ਨਹੀਂ ਸੱਚੇ ਪਾਤਸ਼ਾਹ ਜੀ, ਮੈਂ ਤਾਂ ਦੇਖੋ ਦੀਵਾਰ ਪਾੜ ਕੇ ਸੰਨ ਲਗਾ ਕੇ ਆਇਆ ਹਾਂ ਮਹਾਰਾਜ ਜੀ। ਤੁਹਾਡੇ ਪ੍ਰੇਮ ਦੀ ਖਾਤਰ ਸੰਗਤਾਂ ਬਾਹਰ ਬੇਬਲ ਨੇ ਮਹਾਰਾਜ ਜੀ, ਤੁਹਾਡੇ ਦਰਸ਼ਨ ਕਰਨਾ ਚਾਹੁੰਦੀਆਂ ਨੇ। ਗੁਰੂ ਅਮਰਦਾਸ ਜੀ ਮੁਸਕਰਾਏ। ਔਰ ਦੇਖੋ ਸੰਗਤ ਜੀ, ਇਹ ਬਾਬਾ ਬੁੱਢਾ ਜੀ ਨੇ ਸਾਨੂੰ ਜੁਗਤ ਦੱਸ ਦਿੱਤੀ। ਜੇ ਗੁਰੂ ਦੇ ਦਰਸ਼ਨਾਂ ਦੀ ਸੱਚੀ ਪਿਆਸ ਹੈ, ਸੱਚੀ ਲਗਨ ਹੈ, ਜਿੰਨੀਆਂ ਮਰਜ਼ੀ ਰਸਤੇ ਵਿੱਚ ਰੁਕਾਵਟਾਂ ਆ ਜਾਣ, ਸਿੱਖ ਜਿਹੜੇ ਨੇ ਕੋਈ ਨਾ ਕੋਈ ਮਾਰਗ ਲੱਭ ਹੀ ਲੈਂਦੇ ਨੇ। ਬਾਬਾ ਬੁੱਢਾ ਜੀ ਨੇ ਸਾਡੇ ਲਈ ਇੱਕ ਰਸਤਾ ਬਣਾਇਆ, ਮਾਰਗ ਦਰਸ਼ਨ ਕੀਤਾ। ਹੁਣ ਬਾਬਾ ਬੁੱਢਾ ਜੀ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਨੂੰ ਮਾਰਨ ਲੈ ਕੇ ਬਾਹਰ ਲੈ ਕੇ ਆਏ ਨੇ। ਜੋ ਸੰਗਤਾਂ ਨੇ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਸ਼ਨ ਕੀਤੇ, ਨਾਲ ਸੰਗਤਾਂ ਨੇ ਉੱਚੀ ਉੱਚੀ ਬੋਲ ਕੇ ਕਿਹਾ, ਧੰਨ ਬਾਬਾ ਬੁੱਢਾ ਜਿਹਨੇ ਗੁਰੂ ਲੱਭਾ। ਜੀ ਬਾਬਾ ਬੁੱਢਾ ਜੀ ਧੰਨ ਨੇ ਜਿਨ੍ਹਾਂ ਨੇ ਗੁਰੂ ਲੱਭਿਆ ਔਰ ਸਾਨੂੰ ਦਰਸ਼ਨ ਕਰਾਏ ਨੇ। ਔਰ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਵੀ ਬਾਬਾ ਬੁੱਢਾ ਲਈ ਕਿਹਾ, ਸੰਗਤ ਜੀ ਬਾਬਾ ਬੁੱਢਾ ਜੀ ਸਿੱਖੀ ਦੇ ਥੰਮ ਨੇ, ਬਾਬਾ ਬੁੱਢਾ ਜੀ ਸਿੱਖੀ ਦੇ ਜਹਾਜ਼ ਨੇ। ਔਰ ਕਿਹਾ, ਸੰਗਤ ਜੀ ਜਿਵੇਂ ਗੁਰੂ ਦਾ ਨਾਮ ਲਿਆ ਪਾਪ ਕੱਟੇ ਜਾਂਦੇ ਨੇ, ਇਵੇਂ ਹੀ ਬਾਬਾ ਬੁੱਢਾ ਜੀ ਦਾ ਵੀ ਜਿਹੜਾ ਨਾਮ ਲਵੇਗਾ ਉਹਦੇ ਵੀ ਪਾਪ ਕੱਟੇ ਜਾਣਗੇ। ਇਤਨਾ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਜਿਹੜਾ ਹੈ ਇਤਨਾ ਮਾਣ ਦਿੱਤਾ। ਗੁਰੂ ਅਮਰਦਾਸ ਜੀ ਮਹਾਰਾਜ ਨੇ ਕਿਹਾ, ਇਹ ਸਿੱਖੀ ਕੋ ਮੋਹਿਤ ਭਾਰਾ, ਭਵਜਲ ਤੇ ਕਰੇ ਨਿਸਤਾਰਾ, ਸਿੱਖੀ ਅਵ ਨਾ ਇਸਤੇ ਪਰੇ, ਨਾਮ ਲੈਤ ਗਨ ਬਿਗਨ ਸੋ ਹਰੇ। ਜਿਹੜਾ ਬਾਬਾ ਬੁੱਢਾ ਜੀ ਦਾ ਨਾਮ ਲੈ ਲਊਗਾ ਉਹਦੇ ਬਿਗਨ ਦੂਰ ਹੋ ਜਾਣਗੇ, ਉਹਦੇ ਪਾਪ ਕੱਟੇ ਜਾਣਗੇ। ਤੋ ਸੰਗਤ ਜੀ, ਹੁਣ ਗੁਰੂ ਅਮਰਦਾਸ ਜੀ ਮਹਾਰਾਜ ਜੀ ਗੋਇੰਦਵਾਲ ਸਾਹਿਬ ਗੁਰੂ ਨਾਨਕ ਦੇ ਘਰ ਦੀ ਸੇਵਾ ਕਰ ਰਹੇ ਨੇ, ਬਾਣੀ ਵੀ ਉਚਾਰੀ, ਸੰਗਤਾਂ ਦੀ ਸੇਵਾ ਕਰ ਰਹੇ ਨੇ। ਤਾਂ ਉੱਥੇ ਬੌਲੀ ਸਾਹਿਬ ਦੀ ਉਸਾਰੀ ਕੀਤੀ ਗਈ।
ਬਾਬਾ ਬੁੱਢਾ ਜੀ ਨੂੰ ਪਹਿਲਾ ਟੱਕ ਲਗਾਉਣ ਦਾ ਮਾਣ ਜਿਹੜਾ ਹਾਸਲ ਹੋਇਆ ਬੌਲੀ ਸਾਹਿਬ ਦਾ ਬਾਬਾ ਬੁੱਢਾ ਜੀ ਨੂੰ। ਗੁਰੂ ਨਾਨਕ ਦੇ ਘਰ ਦੇ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰ ਘਰ ਦੇ ਤੱਪੜ ਵੀ ਝਾੜ ਰਹੇ ਨੇ, ਹਰ ਤਰ੍ਹਾਂ ਦੀ ਸੇਵਾ ਵੀ ਕਰ ਰਹੇ ਨੇ, ਨਾਮ ਬੰਦਗੀ ਵਿੱਚ ਵੀ ਰਮੇ ਹੋਏ ਨੇ। ਔਰ ਬਾਬਾ ਬੁੱਢਾ ਜੀ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਜਦੋਂ 22 ਮੰਜੀਆਂ ਜਿਹੜੀਆਂ ਸਥਾਪਿਤ ਕੀਤੀਆਂ, 22 ਪ੍ਰਚਾਰਕ ਭੇਜੇ ਅਲੱਗ-ਅਲੱਗ ਸਟੇਟਸ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਦੇ ਲਈ, ਬਾਬਾ ਬੁੱਢਾ ਜੀ ਨੂੰ ਕੋਈ ਵੀ ਮੰਜੀ ਨਹੀਂ ਦਿੱਤੀ ਗਈ। ਲੇਕਿਨ ਸੰਗਤ ਜੀ, ਇਹ 22 ਮੰਜੀਆਂ ਜਿਹੜੀਆਂ ਸਿੱਖਾਂ ਨੂੰ ਦਿੱਤੀਆਂ ਗਈਆਂ, ਉਹਨਾਂ ਦੇ ਇੰਚਾਰਜ ਜਿਹੜੇ ਉਹ ਬਾਬਾ ਬੁੱਢਾ ਜੀ ਸਨ। ਸਾਰਾ ਪ੍ਰਬੰਧ ਬਾਬਾ ਜੀ ਦੀ ਦੇਖ ਰੇਖ ਦੇ ਤਹਿਤ ਚੱਲ ਰਿਹਾ ਸੀ। ਔਰ 6 ਮਹੀਨਿਆਂ ਬਾਅਦ ਹਰ ਇੱਕ ਸਿੱਖ ਨੂੰ ਆ ਕੇ ਦੱਸਣਾ ਪੈਂਦਾ ਸੀ ਕਿ ਬਾਬਾ ਸਾਹਿਬ ਜੀ ਕਿਹੜੇ ਏਰੀਏ ਵਿੱਚ ਅਸੀਂ ਸਿੱਖੀ ਦਾ ਪ੍ਰਚਾਰ ਕਰਕੇ ਆਏ ਹਾਂ ਔਰ ਕਿੱਥੋਂ ਤੱਕ ਇਹ ਪ੍ਰਚਾਰ ਜਿਹੜਾ ਹੈ ਫੈਲਿਆ ਹੈ। ਬਾਬਾ ਬੁੱਢਾ ਜੀ ਦੇਖ ਰੇਖ ਵਿੱਚ ਇਕੱਲੇ 22 ਪ੍ਰਚਾਰਕ 22 ਮੰਜੀਆਂ ਨਹੀਂ ਥਾਪੀਆਂ, ਧੰਨ ਸ਼੍ਰੀ ਗੁਰੂ ਅਮਰਦਾਸ ਜੀ ਨੇ ਬੀਬੀਆਂ ਨੂੰ ਵੀ ਸਿੱਖੀ ਦੇ ਪ੍ਰਚਾਰ ਦੀ ਜਿਹੜੇ ਆ ਮੂਹੜੇ ਪੀੜੇ ਥਾਪ ਕੇ ਜਿਹੜੀ ਉਹ ਸੇਵਾ ਦਿੱਤੀ। ਸੋ ਉਹ ਬੀਬੀਆਂ ਵੀ ਧੰਨ ਬਾਬਾ ਬੁੱਢਾ ਜੀ ਦੇ ਕੋਲੋਂ ਨਗਰ ਇਲਾਕਾ ਪੁੱਛ ਕੇ ਸੇਵਾ ਜਿਹੜੀਆਂ ਆਪਣੀ ਸੇਵਾ ਨਿਭਾਉਂਦੀਆਂ ਸਨ। ਤੋ ਬਾਬਾ ਬੁੱਢਾ ਜੀ ਅਣਥੱਕ ਸੇਵਾ ਕੀਤੀ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਘਰ ਦੀ। ਹੁਣ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਆਪਣੀ ਜਿਹੜੀ ਜੋਤ ਹੈ ਉਹ ਟਿਕਾ ਦਿੱਤੀ ਹੈ ਚੌਥੇ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਵਿੱਚ। ਔਰ ਗੁਰਿਆਈ ਦੀਆਂ ਰਸਮਾਂ ਬਾਬਾ ਬੁੱਢਾ ਜੀ ਨੇ ਅਦਾ ਕੀਤੀਆਂ ਨੇ। ਤੁਸੀਂ ਸੰਗਤ ਜੀ ਦੇਖੋ, ਬਾਬਾ ਬੁੱਢਾ ਜੀ ਨੂੰ ਕਿੰਨਾ ਮਾਣ ਹਾਸਲ ਹੈ ਕਿ ਗੁਰਿਆਈ ਦੀਆਂ ਰਸਮਾਂ ਅਦਾ ਕਰ ਰਹੇ ਨੇ ਬਾਬਾ ਬੁੱਢਾ ਜੀ। ਔਰ ਗੁਰਸਿੱਖਾਂ ਵਿੱਚੋਂ ਪਹਿਲਾ ਮੱਥਾ ਜਿੱਥੇ ਗੁਰੂ ਜੋਤ ਟਿਕਦੀ ਹੈ ਬਾਬਾ ਬੁੱਢਾ ਜੀ ਟੇਕਦੇ ਨੇ। ਹੁਣ ਚੌਥੇ ਪਾਤਸ਼ਾਹ ਦੀ ਸੇਵਾ ਵਿੱਚ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਨਾਲ ਸੇਵਾ ਕਰ ਰਹੇ ਨੇ। ਤੋ ਅੰਮ੍ਰਿਤ ਸਰੋਵਰ ਦਾ ਜਿਹੜਾ ਪਹਿਲਾ ਟੱਕ ਲਗਾਇਆ ਉਹ ਵੀ ਧੰਨ ਬਾਬਾ ਬੁੱਢਾ ਜੀ ਨੂੰ ਹੀ ਮਾਣ ਹਾਸਲ ਹੋਇਆ ਹੈ। ਅਣਥੱਕ ਸੇਵਾ ਕਰ ਰਹੇ ਨੇ, ਬੜੇ ਪ੍ਰੇਮ ਦੇ ਨਾਲ ਸੇਵਾ ਕਰ ਰਹੇ ਨੇ। ਤੋ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਹਰ ਕਾਰਜ ਵਿੱਚ ਬਾਬਾ ਬੁੱਢਾ ਜੀ ਦੀ ਸਲਾਹ ਲੈਂਦੇ ਨੇ, ਹਰ ਕਾਰਜ ਦੇ ਵਿੱਚ। ਇਤਨਾ ਬਾਬਾ ਬੁੱਢਾ ਜੀ ਨੂੰ ਮਾਣ ਸਤਿਕਾਰ ਮਿਲਿਆ ਹੈ। ਹੁਣ ਸ਼੍ਰੀ ਗੁਰੂ ਰਾਮਦਾਸ ਜੀ ਸਤਿਗੁਰਾਂ ਨੇ ਜਦੋਂ ਆਪਣੀ ਜੋਤ ਟਿਕਾਣੀ ਹੈ ਪੰਚਮ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵਿੱਚ। ਸਤਿਗੁਰ ਤਾਂ ਜਾਣੀ ਜਾਣ ਨੇ, ਸਮਰੱਥ ਨੇ ਸਤਿਗੁਰ ਜੀ, ਲੇਕਿਨ ਫਿਰ ਵੀ ਬਾਬਾ ਬੁੱਢਾ ਜੀ ਨੂੰ ਪੁੱਛ ਰਹੇ ਨੇ ਕਿ ਇਹ ਗੁਰੂ ਜੋਤ ਦੇ ਕਾਬਲ ਕੌਣ ਹੈ। ਜਦੋਂ ਕਿ ਪਰਚਾ ਪੂਰਾ ਪਾਇਆ ਹੋਇਆ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਆਪਣੇ ਸਾਹਿਬਜ਼ਾਦੇ ਗੁਰੂ ਅਰਜਨ ਦੇਵ ਜੀ ਜਿਹੜੇ ਲਾਹੌਰ ਭੇਜੇ ਹੋਏ ਨੇ, ਔਰ ਉਹਨਾਂ ਦੀਆਂ ਪ੍ਰੇਮ ਭਰੀਆਂ ਚਿੱਠੀਆਂ ਵੀ ਆ ਰਹੀਆਂ ਨੇ ਜਿੱਥੋਂ ਉਹਨਾਂ ਦਾ ਨਿਰਮਲ ਹਿਰਦਾ ਔਰ ਕਾਬਲ ਭਾਂਡਾ ਜਿਹੜਾ ਤਿਆਰ ਹੋਇਆ ਨਜ਼ਰ ਵੀ ਆ ਰਿਹਾ ਹੈ ਸਤਿਗੁਰਾਂ ਨੂੰ। ਲੇਕਿਨ ਫਿਰ ਵੀ ਬਾਬਾ ਬੁੱਢਾ ਸਾਹਿਬ ਜੀ ਦੀ ਸਲਾਹ ਲੈ ਰਹੇ ਨੇ। ਤੇ ਬਾਬਾ ਬੁੱਢਾ ਜੀ ਕਹਿ ਰਹੇ ਨੇ ਕਿ ਸੱਚੇ ਪਾਤਸ਼ਾਹ ਜੀ, ਆਪ ਤਾਂ ਜਾਣੀ ਜਾਣ ਹੋ ਮਹਾਰਾਜ ਜੀ, तो ਸਾਹਿਬਜ਼ਾਦਾ ਗੁਰੂ ਅਰਜਨ ਦੇਵ ਜੀ ਇਸ ਗੁਰਤਾ ਗੱਦੀ ਦੇ ਕਾਬਲ ਨੇ। ਔਰ ਫਿਰ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਨੇ ਬਾਬਾ ਬੁੱਢਾ ਜੀ ਨੂੰ ਭੇਜਿਆ, ਤੁਸੀਂ ਸਾਹਿਬਜ਼ਾਦੇ ਨੂੰ ਫਿਰ ਲਾਹੌਰ ਤੋਂ ਲੈ ਕੇ ਆਓ। ਤਾਂ ਫਿਰ ਉੱਥੋਂ ਲੈ ਕੇ ਆਏ ਔਰ ਚੌਥੇ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਆਪਣੀ ਜੋਤ ਜਿਹੜੀ ਹੈ ਪੰਚਮ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵਿੱਚ ਟਿਕਾਈ। ਔਰ ਬਾਬਾ ਬੁੱਢਾ ਜੀ ਨੇ ਫਿਰ ਗੁਰਸਿੱਖਾਂ ਵਿੱਚੋਂ ਇਹ ਆਪਣੀ ਜਿਹੜੀ ਹੈ ਗੁਰਾਈ ਗੱਦੀ ਦੀਆਂ ਰਸਮਾਂ ਨਿਭਾਈਆਂ ਔਰ ਪਹਿਲਾ ਮੱਥਾ ਬਾਬਾ ਬੁੱਢਾ ਜੀ ਨੇ ਟੇਕਿਆ। ਹੁਣ ਪੰਚਮ ਪਾਤਸ਼ਾਹ ਜੀ ਮਹਾਰਾਜ ਦੇ ਚਰਨਾਂ ਵਿੱਚ ਸੇਵਾ ਕਰ ਰਹੇ ਨੇ। ਬਾਬਾ ਬੁੱਢਾ ਜੀ ਕਿੰਨੀ ਅਣਥੱਕ ਸੇਵਾ ਕੀਤੀ ਸੰਗਤ ਜੀ। ਪੰਚਮ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵੇਲੇ ਭਾਈ ਲੰਗਾ ਜੀ ਨੇ ਕੁਛ ਜ਼ਮੀਨ ਜਿਹੜੀ ਹੈ ਗੁਰੂ ਘਰ ਵਿੱਚ ਭੇਟਾ ਕੀਤੀ ਸੀ। ਉੱਥੇ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਫਿਰ ਕਿਹਾ ਸੀ ਕਿ ਬਾਬਾ ਬੁੱਢਾ ਸਾਹਿਬ ਜੀ, ਤੁਸੀਂ ਇਹ ਜ਼ਮੀਨ ਦੇ ਉੱਤੇ ਖੇਤੀਬਾੜੀ ਕਰਾਓ ਗੁਰੂ ਘਰ ਦੇ ਲਈ, ਤਾਂ ਕਿ ਉੱਥੋਂ ਫਸਲਾਂ ਤਿਆਰ ਹੋਣ ਤੇ ਲੰਗਰ ਪ੍ਰਸ਼ਾਦਿਆਂ ਦੇ ਵਿੱਚ ਉਹਦਾ ਜਿਹੜਾ ਸਹਿਯੋਗ ਆਵੇ। ਔਰ ਨਾਲ ਤੁਸੀਂ ਉੱਥੇ ਡੰਗਰ ਪਸ਼ੂ ਵੀ ਰੱਖੋ, ਦੁੱਧ ਮੱਖਣ ਲੱਸੀ ਜਿਹੜਾ ਉਹ ਵੀ ਜਿਹੜਾ ਗੁਰੂ ਘਰ ਵਿੱਚ ਪਹੁੰਚੇ। ਸੋ ਬਾਬਾ ਜੀ ਉੱਥੇ ਸੇਵਾ ਕਰ ਰਹੇ ਨੇ। ਤੋ ਸੰਗਤ ਜੀ, ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਜਦੋਂ ਗੁਰਤਾ ਗੱਦੀ ਮਿਲੀ ਹੈ ਨਾ, ਬਾਬਾ ਪ੍ਰਿਥਵੀ ਚੰਦ ਜਿਹੜਾ ਹੈ ਉਹ ਈਰਖਾ ਕਰ ਰਹੇ ਨੇ। ਬਾਬਾ ਪ੍ਰਿਥਵੀ ਚੰਦ ਸੰਗਤਾਂ ਨੂੰ ਗੁੰਮਰਾਹ ਕਰਨਾ ਸ਼ੁਰੂ ਕਰ ਦਿੱਤਾ। ਭਾਈ ਗੁਰਦਾਸ ਜੀ ਤਾਂ ਸਿੱਖੀ ਦੇ ਪ੍ਰਚਾਰ ਦੇ ਲਈ ਸੇਵਾ ਦੇ ਲਈ ਗਏ ਹੋਏ ਨੇ ਅਲੱਗ-ਅਲੱਗ ਜਗ੍ਹਾ ਤੇ। ਔਰ ਇੱਧਰ ਜਿਹੜਾ ਬਾਬਾ ਪ੍ਰਿਥਵੀ ਚੰਦ ਨੇ ਉਹਨਾਂ ਨੇ ਆਪਣੇ ਸੇਵਾਦਾਰ ਭੇਜ ਕੇ ਰਾਹਾਂ ਵਿੱਚ ਹੀ ਖੜੇ ਕਰਨੇ ਸ਼ੁਰੂ ਕਰ ਦਿੱਤੇ ਔਰ ਉਹਨਾਂ ਨੂੰ ਰਸਦਾਂ ਵਸਦਾਂ ਉਹਨਾਂ ਕੋਲੋਂ ਪਕੜ ਲੈਣੀਆਂ। ਜੋ ਸੰਗਤਾਂ ਆਪਣੀਆਂ ਭੇਟਾਂ ਲੈ ਕੇ ਆਉਂਦੀਆਂ ਨੇ ਰਸਦਾਂ ਵਸਦਾਂ, ਉਹ ਬਾਬਾ ਪ੍ਰਿਥਵੀ ਚੰਦ ਦੇ ਘਰ ਨੂੰ ਲੈ ਜਾਣੀਆਂ ਔਰ ਸੰਗਤਾਂ ਨੂੰ ਲੰਗਰ ਛਕਣ ਲਈ ਗੁਰੂ ਅਰਜਨ ਦੇਵ ਜੀ ਵੱਲ ਨੂੰ ਭੇਜ ਦੇਣਾ ਉੱਧਰ ਨੂੰ। ਔਰ ਉਹਨਾਂ ਨੂੰ ਗੁੰਮਰਾਹ ਕਰ ਦਿੱਤਾ ਕਿ ਗੁਰੂ ਜੋਤ ਜਿਹੜੀ ਬਾਬਾ ਪ੍ਰਿਥਵੀ ਚੰਦ ਵਿੱਚ ਹੈ। ਹੁਣ ਭਾਈ ਗੁਰਦਾਸ ਜੀ ਜਦੋਂ ਆਏ ਨੇ ਆਪਣੇ ਸਿੱਖੀ ਦੇ ਪ੍ਰਚਾਰਕ ਦੌਰੇ ਤੋਂ, ਬਾਬਾ ਬੁੱਢਾ ਜੀ ਤਾਂ ਆਪਣੇ ਘਰ ਗਏ ਹੋਏ ਨੇ,
ਤਾਂ ਜਦੋਂ ਭਾਈ ਗੁਰਦਾਸ ਜੀ ਆਏ ਨੇ ਤਾਂ ਕੀ ਦੇਖਦੇ ਨੇ ਕਿ ਗੁਰੂ ਅਰਜਨ ਦੇਵ ਜੀ ਵੱਲ ਲੰਗਰ ਜਿਹੜਾ ਉਹ ਮਸਤਾਨਾ ਹੋ ਚੁੱਕਾ ਹੈ। ਤਾਂ ਪੁੱਛਿਆ ਬੀਬੀ ਭਾਨੀ ਜੀ ਨੂੰ, ਇਹ ਕੀ ਕਾਰਨ ਗੁਰੂ ਘਰ ਦੇ ਲੰਗਰਾਂ ਦਾ ਆਹ ਹਾਲ? ਬੀਬੀ ਭਾਨੀ ਜੀ ਨੇ ਸਾਰੀ ਗੱਲ ਦੱਸੀ ਵੀ ਬਾਬਾ ਪ੍ਰਿਥਵੀ ਚੰਦ ਜੀ ਜਿਹੜੇ ਨੇ ਉਹ ਆਪ ਗੁਰੂ ਬਣ ਕੇ ਦੱਸ ਰਹੇ ਨੇ, ਤੇ ਸਾਰੀਆਂ ਭੇਟਾਵਾਂ ਸੰਗਤਾਂ ਦੀਆਂ ਉੱਧਰ ਲੈ ਜਾਂਦੇ ਨੇ ਔਰ ਲੰਗਰ ਛਕਣ ਲਈ ਇੱਧਰ ਨੂੰ ਭੇਜ ਦਿੱਤਾ ਜਾਂਦਾ ਹੈ। ਤਾਂ ਸੰਗਤ ਜੀ, ਹੁਣ ਗੁਰੂ ਘਰਾਂ ਵਿੱਚ ਜਿਹੜੀਆਂ ਰਸਦਾਂ ਵਸਦਾਂ ਆਉਂਦੀਆਂ ਨੇ, ਲੰਗਰ ਉੱਥੋਂ ਹੀ ਤਿਆਰ ਹੁੰਦੇ ਨੇ। ਸੰਗਤਾਂ ਜੋ ਆਪਣੀ ਭੇਟਾਂ ਦਿੰਦੀਆਂ ਨੇ, ਉਸੇ ਸਹਿਯੋਗ ਨਾਲ ਇਹ ਪ੍ਰਵਾਹ ਚੱਲਦੇ ਨੇ। ਹੁਣ ਭੇਟਾ ਉੱਥੇ ਆ ਨਹੀਂ ਰਹੀ, ਰਸਦਾਂ ਵਸਦਾਂ ਆ ਨਹੀਂ ਰਹੀਆਂ, ਤਾਂ ਲੰਗਰ ਤਾਂ ਮਸਤਾਨੇ ਹੋਣੇ ਸੀ। ਫਿਰ ਭਾਈ ਗੁਰਦਾਸ ਜੀ ਬਾਬਾ ਬੁੱਢਾ ਜੀ ਨੂੰ ਸੁਨੇਹਾ ਭੇਜਦੇ ਨੇ। ਬਾਬਾ ਬੁੱਢਾ ਜੀ ਆਪਣੀ ਡਾਂਗ ਲੈ ਕੇ ਆ ਜਾਂਦੇ ਨੇ ਔਰ ਅੰਮ੍ਰਿਤਸਰ ਸਾਹਿਬ ਦੇ ਰਾਹਾਂ ਦੇ ਵਿੱਚ ਖੜ ਜਾਂਦੇ ਨੇ ਔਰ ਸਿੱਖਾਂ ਨੂੰ ਵੀ ਖੜਾ ਦਿੰਦੇ ਨੇ। ਸੰਗਤਾਂ ਜਿਹੜੀਆਂ ਆਉਂਦੀਆਂ ਨੇ, ਬਾਬਾ ਬੁੱਢਾ ਜੀ ਕੋਲ ਇਕੱਠੀਆਂ ਕਰਦੇ ਨੇ ਸਿੱਖ। ਬਾਬਾ ਬੁੱਢਾ ਜੀ ਸਾਰੀਆਂ ਸੰਗਤਾਂ ਨੂੰ ਦੱਸਦੇ ਨੇ, ਭਾਈ ਗੁਰੂ ਨਾਨਕ ਦੀ ਜੋਤ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵਿੱਚ ਹੈ। ਸੋ ਆਪਣੀਆਂ ਰਸਦਾਂ ਬਸਦਾਂ ਭੇਟਾ ਜਿਹੜੀ ਹੈ ਗੁਰੂ ਚਰਨਾਂ ਵਿੱਚ ਕਰੋ, ਤੁਸੀਂ ਭਰਮ ਭੁਲੇਖਿਆਂ ਵਿੱਚ ਹੋ। ਤੋ ਸੰਗਤਾਂ ਨੂੰ ਬਾਬਾ ਬੁੱਢਾ ਜੀ ਦੇ ਉੱਤੇ ਇਤਨਾ ਵਿਸ਼ਵਾਸ ਸੀ, ਜੋ ਬਾਬਾ ਬੁੱਢਾ ਜੀ ਵਚਨ ਕਰ ਦਿੰਦੇ ਸਨ, ਸੰਗਤਾਂ ਫਿਰ ਗੁਰੂ ਅਰਜਨ ਦੇਵ ਜੀ ਵੱਲ ਮਹਾਰਾਜ ਵੱਲ ਨੂੰ ਆਉਣੀਆਂ ਸ਼ੁਰੂ ਹੋਈਆਂ। ਸੋ ਇੱਥੇ ਭਰਮ ਭੁਲੇਖਿਆਂ ਵਿੱਚੋਂ ਵੀ ਬਾਬਾ ਬੁੱਢਾ ਜੀ ਨੇ ਸੰਗਤਾਂ ਨੂੰ ਜਿਹੜਾ ਇਹ ਬਾਹਰ ਕੱਢਿਆ ਵੀ ਸੱਚੇ ਗੁਰੂ ਦੇ ਚਰਨਾਂ ਵਿੱਚ ਹੀ ਤੁਸੀਂ ਟੁਕੋ। ਬਾਬਾ ਬੁੱਢਾ ਜੀ ਬੀੜ ਸਾਹਿਬ ਸੇਵਾ ਕਰਾ ਰਹੇ ਨੇ, ਖੇਤੀਬਾੜੀ ਦੀ ਜਿਹੜਾ ਉੱਥੇ ਸੇਵਕਾਂ ਨੂੰ ਲੈ ਕੇ, ਕਾਮਿਆਂ ਨੂੰ ਲੈ ਕੇ ਸੇਵਾ ਕਰਾ ਰਹੇ ਨੇ। ਇੱਧਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਜੋ ਮਹਿਲ ਨੇ, ਮਾਤਾ ਗੰਗਾ ਜੀ, ਤਾਂ ਉਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕਹਿੰਦੇ ਨੇ, ਤੁਸੀਂ ਦੀਨ ਦੁਨੀਆ ਦੀਆਂ ਝੋਲੀਆਂ ਜਿਹੜੀਆਂ ਭਰਦੇ ਹੋ, ਤੁਸੀਂ ਸਮਰੱਥ ਹੋ ਸਤਿਗੁਰੂ ਜੀ। ਮਾਤਾ ਜੀ ਵੀ ਜਾਣਦੇ ਸਨ ਸਤਿਗੁਰੂ ਸਮਰੱਥ ਨੇ, ਪਰ ਜ਼ਰੂਰ ਕੋਈ ਨਾ ਕੋਈ ਕਾਰਨ ਹੋਏਗਾ। ਤਾਂ ਮਾਤਾ ਜੀ ਕਹਿੰਦੇ ਨੇ, ਆਪਣੇ ਘਰ ਵਿਖੇ ਕੋਈ ਸੰਤਾਨ ਨਹੀਂ, ਹੁਣ ਤਾਂ ਬਾਬਾ ਪ੍ਰਿਥਵੀ ਚੰਦ ਬੀਬੀ ਕਰਮੋਂ ਵੀ ਮਿਹਣੇ ਤਾਨੇ ਦੇਣ ਲੱਗ ਗਿਆ ਵੀ ਸਤਿਗੁਰੂ ਜੀ, ਇਹ ਗੁਰੂ ਨਾਨਕ ਦੇ ਘਰ ਨੂੰ ਮਿਹਣੇ ਤਾਨੇ ਦਿੱਤੇ ਜਾ ਰਹੇ ਨੇ, ਇੱਥੇ ਵੀ ਦਾਤ ਹੋਣੀ ਚਾਹੀਦੀ ਸੰਤਾਨ ਦੇ। ਤਾਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਮਾਤਾ ਗੰਗਾ ਜੀ ਨੂੰ ਕਿਹਾ ਕਿ ਇਹ ਤੁਸੀਂ ਬਾਬਾ ਬੁੱਢਾ ਜੀ ਦੇ ਪਾਸ ਜਾਓ, ਉਹ ਅਰਦਾਸ ਬੇਨਤੀ ਕਰਨਗੇ। ਉਹ ਇੰਦਰੀ ਜਿੱਤ ਸਿੱਖ ਨੇ, ਹੁਣ ਗੁਰੂ ਅਰਜਨ ਦੇਵ ਜੀ ਨੇ ਦਰਜਾ ਦੇ ਦਿੱਤਾ ਇੰਦਰੀ ਜਿੱਤ ਸਿੱਖ ਨੇ। ਔਰ ਚੌਥੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਨਾ, ਜਦੋਂ ਆਪਣੀ ਜੋਤ ਗੁਰੂ ਅਰਜਨ ਦੇਵ ਜੀ ਮਹਾਰਾਜ ਵਿੱਚ ਟਿਕਾਈ ਸੀ, ਤਾਂ ਸਤਿਗੁਰਾਂ ਨੇ ਕਿਹਾ ਸੀ ਕਿ ਇਹ ਕੁਤਬੀ ਸਿਤਾਰਾ ਨੇ ਬਾਬਾ ਬੁੱਢਾ ਜੀ। ਇੰਨਾ ਦਰਜਾ ਬਾਬਾ ਬੁੱਢਾ ਜੀ ਨੂੰ, ਇਤਨੇ ਵਰਦਾਨ, ਇਤਨੀਆਂ ਅਸੀਸਾਂ, ਇਤਨੇ ਰੁਤਬੇ, ਇਤਨੇ ਮੁਰਾਤਬੇ ਹਾਸਲ ਹੋਏ। ਤਾਂ ਮਾਤਾ ਗੰਗਾ ਜੀ ਫਿਰ ਬਾਬਾ ਬੁੱਢਾ ਜੀ ਦੇ ਪਾਸ ਗਏ ਨੇ, ਲੰਗਰ ਪ੍ਰਸ਼ਾਦਾ ਤਿਆਰ ਕਰਕੇ ਲੈ ਕੇ ਗਏ ਨੇ। ਤੇ ਬਾਬਾ ਬੁੱਢਾ ਜੀ ਨੇ ਦੂਰੋਂ ਮਾਤਾ ਜੀ ਨੂੰ ਆਉਂਦਿਆਂ ਦੇਖ ਕੇ ਫਟਾਫਟ ਹਲ ਛੱਡਿਆ, ਆਪ ਮਾਤਾ ਜੀ ਵੱਲ ਨੂੰ ਗਏ ਔਰ ਬੜੇ ਪ੍ਰੇਮ ਨਾਲ ਮਾਤਾ ਜੀ ਨੂੰ ਕਿਹਾ ਕਿ ਮਾਂ ਨੂੰ ਕਿਤਨਾ ਆਪਣੇ ਪੁੱਤਰਾਂ ਦੇ ਨਾਲ ਪਿਆਰ ਹੁੰਦਾ, ਆਪਣੀ ਸੰਤਾਨ ਨਾਲ, ਆਪਣੇ ਬੱਚਿਆਂ ਦੇ ਨਾਲ, ਕਿ ਮਾਂ ਨੂੰ ਪਤਾ ਲੱਗ ਗਿਆ ਮੇਰਾ ਪੁੱਤਰ ਭੁੱਖਾ ਹੈ, ਮਾਂ ਆਪਣੇ ਹੱਥੀਂ ਪ੍ਰਸ਼ਾਦਾ ਤਿਆਰ ਕਰਕੇ ਲੈ ਕੇ ਆਈ ਹੈ। ਮਾਤਾ ਜੀ ਨੇ ਪਰੋਸਿਆ ਬਾਬਾ ਬੁੱਢਾ ਜੀ ਨੂੰ। ਬਾਬਾ ਬੁੱਢਾ ਜੀ ਨੂੰ ਮਾਤਾ ਗੰਗਾ ਜੀ ਨੇ ਕਿਹਾ, ਬਾਬਾ ਜੀ ਤੁਸੀਂ ਅਰਦਾਸ ਕਰੋ, ਸਾਡੇ ਗ੍ਰਹਿ ਵਿਖੇ ਸੰਤਾਨ ਹੋਵੇ। ਬਾਬਾ ਬੁੱਢਾ ਜੀ ਨੇ ਕਿਹਾ, ਮਾਤਾ ਜੀ ਦਾਤਾਂ ਦੇਣ ਵਾਲੇ ਤਾਂ ਗੁਰੂ ਅਰਜਨ ਦੇਵ ਜੀ, ਉਹ ਤਾਂ ਸਾਰੀਆਂ ਦਾਤਾਂ ਦੇ ਮਾਲਕ ਤਾਂ ਦਾਤਾ ਜੀ ਆਪ ਨੇ। ਮਾਤਾ ਜੀ ਨੇ ਕਿਹਾ, ਬਾਬਾ ਜੀ ਸਾਨੂੰ ਸਤਿਗੁਰਾਂ ਨੇ ਭੇਜਿਆ ਤੁਹਾਡੇ ਪਾਸ ਕਿ ਤੁਸੀਂ ਅਰਦਾਸ ਕਰੋ। ਬਾਬਾ ਜੀ ਨੇ ਕਿਹਾ, ਦਾਤੇ ਤਾਂ ਆਪ ਨੇ ਸਤਿਗੁਰ। ਔਰ ਫਿਰ ਨਾਲ ਗੰਢੇ ਦੇ ਉੱਤੇ ਆਪਣੀ ਮੁੱਠੀ ਮਾਰੀ, ਗੰਢਾ ਭੰਨ ਸਿੱਟਿਆ ਔਰ ਨਾਲ ਕਿਹਾ, ਮਾਤਾ ਤੁਹਾਡੇ ਗ੍ਰਹਿ ਵਿੱਚ ਇਹੋ ਜਿਹਾ ਯੋਧਾ ਹੋਵੇਗਾ, ਇਹੋ ਜਿਹਾ ਪਰਉਪਕਾਰੀ ਭਾਰੀ ਯੋਧਾ ਹੋਵੇਗਾ ਮਾਤਾ, ਜਿਹੜਾ ਦੁਸ਼ਮਣਾਂ ਨੂੰ, ਜਿਹੜਾ ਜ਼ਾਲਮਾਂ ਦੇ ਮੂੰਹ ਭੰਨ ਕੇ ਰੱਖ ਦੇਵੇਗਾ। ਤੋ ਮੈਕਾਲਫ ਲਿਖਦਾ ਹੈ ਗੋਰਾ, ਉਹ ਕਹਿੰਦਾ ਉਸ ਵਕਤ ਅਸਮਾਨ ਵਿੱਚ ਵੀ ਬਿਜਲੀ ਕੜਕੀ, ਜਿਵੇਂ ਆਕਾਸ਼ ਮੰਡਲ ਤੋਂ ਵੀ ਬਾਬਾ ਬੁੱਢਾ ਜੀ ਦੇ ਬਚਨਾਂ ਦੇ ਉੱਤੇ ਸਟੈਂਪ ਲਗਾ ਦਿੱਤੀ ਹੋਵੇ। ਕਿਉਂਕਿ ਭਗਤ ਮੁਖੇ ਤੇ ਬੋਲਦੇ ਸੋ ਬਚਨ ਹੋਵੰਦੇ, ਭਗਤ ਜੋ ਮੁਖ ਤੋਂ ਬਚਨ ਬੋਲ ਦਿੰਦੇ ਨੇ ਨਾ, ਸੋ ਪੂਰਨ ਹੁੰਦੇ ਨੇ। ਸੋ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਮਾਤਾ ਗੰਗਾ ਜੀ ਦੇ ਗ੍ਰਹਿ ਵਿਖੇ ਸਾਹਿਬਜ਼ਾਦਾ ਮੀਰੀ ਪੀਰੀ ਦੇ ਮਾਲਕ ਸਾਹਿਬ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਆਗਮਨ ਹੋਇਆ। ਪੰਚਮ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ। ਤਾਂ ਇੱਧਰ ਅਸੀਂ ਬਾਤ ਵਿੱਚ ਆਵਾਂਗੇ। ਇਸ ਤੋਂ ਪਹਿਲਾਂ ਸੰਗਤ ਜੀ 1604 ਈਸਵੀ ਦੇ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਪਾਦਨਾ ਕੀਤੀ ਹੈ ਪੰਚਮ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ। ਜਦੋਂ ਸੰਪਾਦਨਾ ਕਰਨੀ ਹੈ ਮਹਾਰਾਜ ਨੇ, ਬਾਣੀ ਇਕੱਤਰਤ ਕਰਨੀ, ਭਗਤਾਂ ਦੀ ਵੀ, ਸਤਿਗੁਰਾਂ ਦੀ ਵੀ, ਗੁਰਸਿੱਖਾਂ ਦੀ ਵੀ, ਤਾਂ ਭਾਈ ਗੁਰਦਾਸ ਜੀ ਨੂੰ ਇਹ ਸੇਵਾ ਦਿੱਤੀ ਗਈ ਵੀ ਤੁਸੀਂ ਲਿਖਣੀ ਹੈ। ਸਤਿਗੁਰ ਜੀ ਲਿਖਵਾ ਰਹੇ ਨੇ
ਤਾਂ ਬਾਬਾ ਬੁੱਢਾ ਜੀ ਨੂੰ ਬੀੜ ਸਾਹਿਬ ਤੋਂ ਬੁਲਾਇਆ ਗਿਆ। ਔਰ ਬਾਬਾ ਬੁੱਢਾ ਜੀ ਦੀ ਕੀ ਸੇਵਾ ਹੈ? ਤੁਸੀਂ ਹਰਿਮੰਦਰ ਸਾਹਿਬ ਦੇ ਵਿੱਚ ਬੈਠ ਕੇ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਸੰਗਤਾਂ ਨੂੰ ਇਲਾਹੀ ਉਪਦੇਸ਼ ਦੇਣੇ ਨੇ, ਕਿਉਂਕਿ ਸੰਗਤਾਂ ਤਾਂ ਆਉਣੀਆਂ ਨੇ। ਹੁਣ ਸਤਿਗੁਰੂ ਨੇ ਉਨੇ ਟਾਈਮ ਸੰਗਤਾਂ ਨੂੰ ਦਰਸ਼ਨ ਨਹੀਂ ਦੇਣੇ, ਮਹਾਰਾਜ ਜੀ ਬਾਣੀ ਇਕੱਤਰਤ ਕਰਵਾ ਰਹੇ ਨੇ। ਸੋ ਬਾਬਾ ਬੁੱਢਾ ਜੀ ਨੂੰ ਇੰਨਾ ਮਾਣ ਕਿ ਉੱਥੇ ਇਲਾਹੀ ਉਪਦੇਸ਼ ਬਾਬਾ ਬੁੱਢਾ ਜੀ ਸੰਗਤਾਂ ਨੂੰ ਦੇ ਰਹੇ ਨੇ। ਔਰ ਜਿਸ ਦਿਨ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਹੋ ਗਈ, ਪ੍ਰਕਾਸ਼ ਕੀਤਾ ਗਿਆ ਹਰਿਮੰਦਰ ਸਾਹਿਬ ਵਿਖੇ, ਤੋ ਧੰਨ ਬਾਬਾ ਬੁੱਢਾ ਜੀ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਤਨਾ ਮਾਣ ਦਿੱਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਗ੍ਰੰਥੀ ਸਾਹਿਬ ਜੀ ਬਾਬਾ ਬੁੱਢਾ ਜੀ ਸਥਾਪਿਤ ਕੀਤੇ ਗਏ। ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਹਾ, ਬੁੱਢਾ ਸਾਹਿਬ ਖੋਲੋ ਗ੍ਰੰਥ, ਲੇਹੋ ਆਵਾਜ਼, ਸੁਨੇ ਸਭ ਪੰਥ। ਬਾਬਾ ਬੁੱਢਾ ਜੀ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਖੋਲੋ ਔਰ ਇਹਦੇ ਵਿੱਚੋਂ ਤੁਸੀਂ ਹੁਕਮਨਾਮਾ ਲਓ, ਲਿਖੋ ਆਵਾਜ਼, ਆਵਾਜ਼ਾਂ ਵੀ ਕਿਹਾ ਜਾਂਦਾ ਸੀ, ਹੁਕਮਨਾਮਾ ਵੀ ਕਿਹਾ ਜਾਂਦਾ। ਸੋ ਬਾਬਾ ਬੁੱਢਾ ਜੀ ਤੁਸੀਂ ਹੁਕਮਨਾਮਾ ਲਓ। ਬਾਬਾ ਬੁੱਢਾ ਜੀ ਹੁਕਮਨਾਮਾ ਲੈਂਦੇ ਨੇ ਤੇ ਬਾਬਾ ਬੁੱਢਾ ਜੀ ਹੁਕਮਨਾਮਾ ਜਿਹੜਾ ਪਹਿਲਾਂ ਉੱਥੇ ਆਇਆ, ਸੂਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਸੋ ਬਾਬਾ ਬੁੱਢਾ ਜੀ ਉੱਤੇ ਹੁਕਮਨਾਮਾ ਲੈਂਦੇ ਨੇ, ਜਪਜੀ ਸਾਹਿਬ ਦਾ ਪਾਠ ਵੀ ਕਰਦੇ ਨੇ ਬਾਬਾ ਬੁੱਢਾ ਜੀ। ਉਹ ਜਿਹੜਾ ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ ਸਿੱਖਿਆ ਸੀ, ਅੱਜ ਬਾਬਾ ਬੁੱਢਾ ਜੀ ਸੰਗਤਾਂ ਨੂੰ ਜਪਜੀ ਸਾਹਿਬ ਦੀ ਬਾਣੀ ਪੜ੍ਹ ਕੇ ਸੁਣਾ ਰਹੇ ਨੇ। ਤੋ ਸੰਗਤ ਜੀ, ਜਦੋਂ ਬਾਬਾ ਬੁੱਢਾ ਜੀ ਦੇ ਬਚਨਾਂ ਦੇ ਨਾਲ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਾਤਾ ਗੰਗਾ ਜੀ ਦੇ ਗ੍ਰਹਿ ਵਿਖੇ ਸਾਹਿਬਜ਼ਾਦੇ ਦਾ ਆਗਮਨ ਹੋਇਆ, ਤੋ ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੁਨੇਹਾ ਭੇਜਿਆ ਵੀ ਜਿਨ੍ਹਾਂ ਦੇ ਬਚਨਾਂ ਦੇ ਨਾਲ ਸਾਹਿਬਜ਼ਾਦੇ ਦਾ ਆਗਮਨ ਹੋਇਆ ਹੈ, ਸੋ ਉਹੀ ਉਹਨਾਂ ਨੂੰ ਬੁਲਾਓ। ਸੋ ਬਾਬਾ ਬੁੱਢਾ ਜੀ ਨੂੰ ਸੁਨੇਹਾ ਗਿਆ। ਬਾਬਾ ਬੁੱਢਾ ਜੀ ਨੰਗੇ ਕਦਮ ਚੱਲ ਕੇ ਆਏ। ਗੁਰੂ ਅਰਜਨ ਦੇਵ ਜੀ ਨੇ ਝੋਲੀ ਦੇ ਵਿੱਚ ਬਾਬਾ ਬੁੱਢਾ ਜੀ ਦੇ ਝੋਲੀ ਵਿੱਚ ਸਾਹਿਬਜ਼ਾਦਿਆਂ ਨੂੰ ਪਾਇਆ। ਬਾਬਾ ਬੁੱਢਾ ਜੀ ਨੇ ਬੜੇ ਪ੍ਰੇਮ ਦੇ ਨਾਲ ਦਰਸ਼ਨ ਕੀਤੇ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਹਾ, ਬਾਬਾ ਜੀ ਨਾਮਕਰਨ ਵੀ ਤੁਸੀਂ ਕਰਨਾ ਹੈ, ਸਾਹਿਬਜ਼ਾਦਿਆਂ ਨੂੰ ਨਾਮ ਵੀ ਤੁਸੀਂ ਰੱਖੋ। ਬਾਬਾ ਬੁੱਢਾ ਜੀ ਪ੍ਰੇਮ ਨਾਲ ਕਹਿੰਦੇ ਨੇ, ਇਹ ਤਾਂ ਮੇਰਾ ਹਰੀ ਹੈ, ਇਹ ਤਾਂ ਮੇਰਾ ਗੋਬਿੰਦ ਹੈ। ਹਰ ਗੋਬਿੰਦ ਨਾਮ ਰੱਖ ਦਿੱਤਾ ਬਾਬਾ ਬੁੱਢਾ ਜੀ ਨੇ। ਫਿਰ ਜਦੋਂ 4 ਸਾਲਾਂ ਦੇ ਹੋਏ ਨੇ, 4-5 ਸਾਲਾਂ ਦੇ ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਜੀ, ਤਾਂ ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਫੇਰ ਬੁਲਾਇਆ। ਬਾਬਾ ਬੁੱਢਾ ਜੀ ਹੱਥ ਜੋੜ ਕੇ ਕਹਿੰਦੇ ਨੇ, ਦਾਸ ਨੂੰ ਕੀ ਹੁਕਮ ਹੈ? ਤਾਂ ਸਤਿਗੁਰੂ ਜੀ ਕਹਿੰਦੇ ਨੇ ਕਿ ਸਾਹਿਬਜ਼ਾਦੇ ਨੂੰ ਵਿਦਿਆ ਤੁਸੀਂ ਦਿਓ। ਬਾਬਾ ਬੁੱਢਾ ਜੀ ਨੇ ਕਿਹਾ, ਸਤਿਗੁਰੂ ਜੀ ਅਸੀਂ ਤਾਂ ਅਨਪੜ੍ਹ ਹਾਂ ਦਾਤਾ ਜੀ, ਮੈਂ ਤਾਂ ਤੇਰੇ ਘਰ ਦਾ ਅਨਪੜ੍ਹ ਸਿੱਖ ਹਾਂ, ਘਾਹ ਖੋਤਣ ਵਾਲਾ ਇੱਕ ਘਾਹੀ ਹਾਂ ਦਾਤਾ ਜੀ, ਕਿਸੇ ਵਿਦਵਾਨ ਕੋਲੋਂ ਵਿਦਿਆ ਦਿਵਾਓ। ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਹਾ, ਬਾਬਾ ਬੁੱਢਾ ਜੀ ਤੁਹਾਡੇ ਤੋਂ ਵੱਡਾ ਵਿਦਵਾਨ ਸਾਨੂੰ ਕੋਈ ਲੱਭਦਾ ਨਹੀਂ। ਜਿਸ ਦੇ ਪ੍ਰੇਮ ਤੋਂ, ਜਿਸ ਦੀ ਸੇਵਾ ਤੋਂ ਮੋਹਿਤ ਹੋ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਹਿ ਦਿੱਤਾ, ਜਾ ਬੁੱਢਿਆ ਤੇਥੋਂ ਕਦੇ ਓਲੇ ਨਾ ਹੋਸਾਂ। ਜਿਸ ਦੀ ਪ੍ਰੇਮ ਸੇਵਾ ਚੱਕਰੀ ਤੋਂ ਮੋਹਿਤ ਹੋ ਕੇ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਕਹਿ ਦਿੱਤਾ, ਭਾਰੀ ਸਿੱਖ। ਜਿਸ ਦੀ ਸੇਵਾ ਨੂੰ ਮਨਜ਼ੂਰ ਕਰਦਿਆਂ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਕਹਿ ਦਿੱਤਾ, ਇਹ ਸਿੱਖੀ ਦੇ ਬੋਹਤ ਨੇ, ਇਹ ਸਿੱਖੀ ਦੇ ਜਹਾਜ਼ ਨੇ, ਇਹ ਸਿੱਖੀ ਦੇ ਥੰਮ ਨੇ। ਜਿਵੇਂ ਗੁਰੂ ਦਾ ਨਾਮ ਲਿਆ ਬਿਗਨ ਦੂਰ ਹੁੰਦੇ ਨੇ, ਇਵੇਂ ਬਾਬਾ ਬੁੱਢਾ ਜੀ ਦਾ ਨਾਮ ਲਿਆ ਵੀ ਬਿਗਨ ਦੂਰ ਹੁੰਦੇ ਨੇ। ਜਿਸ ਬਾਬੇ ਬੁੱਢੇ ਨੂੰ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਕਹਿ ਦਿੱਤਾ ਹੋਵੇ, ਇਹ ਕੁਤਬ ਸਿਤਾਰਾ ਨੇ ਸਿੱਖੀ ਦਾ, ਬਾਬਾ ਬੁੱਢਾ ਜੀ ਮੇਰੇ ਪੁੱਤਰ ਨੂੰ, ਇਸ ਸਾਹਿਬਜ਼ਾਦੇ ਨੂੰ ਤੁਸੀਂ ਬਸ ਇਹੋ ਜਿਹੀ ਵਿਦਿਆ ਦੇ ਦਿਓ ਵੀ ਇਹ ਵੀ ਇਸ ਤੋਂ ਵੀ ਗੁਰੂ ਨਾਨਕ ਕਹਿ ਦੇਵੇ ਵੀ ਜਾ ਤੇਥੋਂ ਕਦੇ ਬੁੱਲੇ ਨਾ ਹੋਸਾਂ, ਮੇਰੇ ਪੁੱਤਰ ਨੂੰ ਤੁਸੀਂ ਵਿਦਿਆ ਦਿਓ। ਤਾਂ ਬਾਬਾ ਬੁੱਢਾ ਜੀ ਨੇ, ਇਤਿਹਾਸਕਾਰ ਲਿਖਦੇ ਨੇ, 64 ਤਰ੍ਹਾਂ ਦੀਆਂ ਵਿਦਿਆਵਾਂ ਦਿੱਤੀਆਂ। ਸ਼ਾਸਤਰ ਦੀ ਵਿਦਿਆ ਤਾਂ ਦਿੱਤੀ, ਗੁਰਬਾਣੀ ਦੀ, ਗੁਰਮੁਖੀ ਦੀ, ਇਹ ਤਾਂ ਦਿੱਤੀ ਨਾਲ 64 ਤਰ੍ਹਾਂ ਦੀ ਵਿਦਿਆਵਾਂ। ਕਾਫੀ ਉਹਨਾਂ ਨੇ ਵਿਦਿਆਵਾਂ ਦਾ ਜ਼ਿਕਰ ਕੀਤਾ, ਜਿਹਦੇ ਵਿੱਚ ਘੋੜ ਸਵਾਰੀ, ਤੈਰਾਕੀ, ਇੱਥੋਂ ਤੱਕ ਤਾਰਾ, ਮੈਕੈਲਫ ਲਿਖਦਾ ਤਾਰਾ ਮੰਡਲ ਦੀ, ਜੋਤਿਸ਼ ਵਿਦਿਆ ਵੀ, ਤੰਤਰ ਜੰਤਰ, ਹਰ ਤਰ੍ਹਾਂ ਦੀ। ਇਸ ਦਾ ਮਤਲਬ ਬਾਬਾ ਬੁੱਢਾ ਜੀ ਕਿੱਡੇ ਭਾਰੀ ਵਿਦਵਾਨ ਹੋਣਗੇ। ਕਿਸੇ ਸਕੂਲ 'ਚ ਨਹੀਂ ਗਏ, ਲੇਕਿਨ ਗੁਰੂ ਨਾਨਕ ਦੀ ਦ੍ਰਿਸ਼ਟੀ ਦੇ ਨਾਲ ਹੀ ਗੁਰੂਆਂ ਦੇ ਦਰਸ਼ਨ ਕਰਦਿਆਂ, ਚਰਨਾਂ 'ਚ ਰਹਿੰਦਿਆਂ, ਬਾਣੀ ਸੁਣਦਿਆਂ, ਸਤਿਗੁਰਾਂ ਦੇ ਉਹ ਅਸੀਸਾਂ ਲੈਂਦਿਆਂ, ਐਡੇ ਭਾਰੀ ਵਿਦਵਾਨ ਬਾਬਾ ਬੁੱਢਾ ਜੀ। ਹੁਣ ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ, ਸਤਿਗੁਰਾਂ ਨੇ ਆਪਣੀ ਜੋਤ ਜਿਹੜੀ ਹੈ ਉਹ ਵਚਨ ਕਰ ਦਿੱਤੇ ਕਿ ਮੇਰੀ ਪੀੜੀ ਦੇ ਮਾਲਕ ਸਾਹਿਬ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵਿੱਚ ਟਿਕੇਗੀ। ਆਪ ਮਹਾਰਾਜ ਜੀ ਲਾਹੌਰ ਜਾ ਕੇ ਸ਼ਹੀਦੀ ਪਾ ਦਿੱਤੀ ਹੈ। ਬਾਬਾ ਬੁੱਢਾ ਜੀ ਨੇ ਫਿਰ ਗੁਰਿਆਈ ਦੀਆਂ ਰਸਮਾਂ ਅਦਾ ਕੀਤੀਆਂ। ਔਰ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਚਾਲੇ ਪਾਉਣ ਲੱਗੇ ਨੇ ਲਾਹੌਰ ਵਾਸਤੇ, ਸ਼ਹੀਦੀ ਵਾਸਤੇ, ਤਾਂ ਵਚਨ ਕਰਕੇ ਗਏ ਛੇਵੇਂ ਪਾਤਸ਼ਾਹ ਨੂੰ
ਕਿ ਬਾਬਾ ਬੁੱਢਾ ਜੀ ਜੋ ਆਪਣੇ 32 ਦੰਦਾਂ ਵਿੱਚੋਂ ਬਚਨ ਕਰ ਦੇਣ, ਇਹਨਾਂ ਦੇ ਬਚਨ ਨੂੰ ਮੋੜਨਾ ਨਹੀਂ ਤੁਸੀਂ। ਇੰਦਰੀਜੀਤ ਸਿੱਖ ਤਾਂ ਕਿਹਾ ਹੀ ਕਿਹਾ ਸੀ, ਪਰ ਨਾਲ ਇਹ ਵੀ ਕਹਿ ਕੇ ਗਏ ਨੇ। ਹੁਣ ਬਾਬਾ ਬੁੱਢਾ ਜੀ ਨੇ 2 ਤਲਵਾਰਾਂ ਪਹਿਨਾਈਆਂ ਨੇ, ਮੀਰੀ ਅਤੇ ਪੀਰੀ ਦੀਆਂ, ਗੁਰਿਆਈ ਦੀਆਂ ਰਸਮਾਂ ਅਦਾ ਕੀਤੀਆਂ। ਹੁਣ ਜੋਤ ਟਿੱਕੀ ਹੈ ਮੀਰੀ ਪੀਰ ਦੇ ਮਾਲਕ ਸਾਹਿਬ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿੱਚ। ਦੇਖੋ ਬਾਬਾ ਬੁੱਢਾ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਨਾਲ ਹੀ ਚੱਲੇ ਆ ਰਹੇ ਨੇ, ਗੁਰੂ ਜੋਤ ਦੀ ਸੇਵਾ ਸਿਮਰਨ ਦਰਸ਼ਨ ਚਾਕਰੀ ਕਰਦਿਆਂ। ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ, ਇਹ ਆਪ ਹੀ ਕਰਾ ਰਹੇ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ। ਤੋ ਸੰਗਤ ਜੀ 98 ਸਾਲਾਂ ਦਾ ਬਾਬਾ ਜੀ ਦਾ ਸਰੀਰ ਸੀ ਜਦੋਂ ਪਹਿਲੇ ਗ੍ਰੰਥੀ ਸਾਹਿਬ ਜੀ ਬਣੇ ਨੇ ਹਰਿਮੰਦਰ ਸਾਹਿਬ ਦੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ। ਹੁਣ 100 ਸਾਲ ਤੋਂ ਉੱਪਰ ਬਾਬਾ ਜੀ ਦਾ ਸਰੀਰ ਹੋ ਚੁੱਕਾ ਹੈ। ਅਣਥੱਕ ਸੇਵਾਵਾਂ ਕਰ ਰਹੇ ਨੇ। ਬਾਬਾ ਬੀੜ ਸਾਹਿਬ ਉੱਥੇ, ਬਾਬਾ ਬੁੱਢਾ ਦੀ ਜੋ ਬੀੜ ਸਾਹਿਬ ਹੈ ਉੱਥੇ ਖੇਤੀਬਾੜੀ ਦੀ ਸੇਵਾ ਵੀ ਕਰਾ ਰਹੇ ਨੇ, ਔਰ ਗੁਰੂ ਕੇ ਦਰਸ਼ਨ ਕਰਨ ਵੀ ਆਉਂਦੇ ਨੇ। ਰਹਿੰਦੇ ਉੱਥੇ ਨੇ ਲੇਕਿਨ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਉਂਦੇ ਨੇ। ਤਾਂ ਬਿਰਧ ਸਰੀਰ ਹੋ ਚੁੱਕਾ ਹੈ ਬਾਬਾ ਬੁੱਢਾ ਜੀ ਦਾ, ਤਕਰੀਬਨ 108 ਸਾਲ ਦਾ। ਮੀਰੀ ਪੀਰੀ ਦੇ ਮਾਲਕ ਸਾਹਿਬ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਬਾਬਾ ਬੁੱਢਾ ਜੀ ਜਦੋਂ ਆਉਂਦੇ ਸਨ ਤਾਂ ਉੱਚੇ ਸਿੰਘਾਸਨ ਤੇ ਆਪਣੇ ਪਾਸ ਬਿਠਾਇਆ ਕਰਦੇ ਸਨ। ਇਤਨਾ ਅਦਬ ਸਤਿਕਾਰ ਕਰਿਆ ਕਰਦੇ ਸਨ ਬਾਬਾ ਬੁੱਢਾ ਜੀ ਦਾ। ਔਰ ਜਦੋਂ ਬਾਬਾ ਬੁੱਢਾ ਜੀ ਆਇਆ ਕਰਦੇ ਸਨ ਨਾ, ਬਾਬਾ ਜੀ ਹੁਣ 108 ਸਾਲਾਂ ਦਾ ਸਰੀਰ, ਚਿੱਟਾ ਦਾੜਾ, ਲਾਲ ਸੁਰਖ ਚਿਹਰਾ, ਨਾਮ ਬਾਣੀ ਵਿੱਚ ਰੰਗੇ ਹੋਏ, ਨਾਮ ਜਪਦੇ ਜਦੋਂ ਬਾਬਾ ਜੀ ਆਉਂਦੇ ਸਨ ਤਾਂ ਅੰਮ੍ਰਿਤਸਰ ਸਾਹਿਬ ਦੀਆਂ ਜਿੰਨੀਆਂ ਉੱਥੇ ਕੋਈ ਸੰਗਤ ਮਿਲ ਜਾਏ, ਕੋਈ ਸੇਵਾਦਾਰ, ਕੋਈ ਦੁਕਾਨਦਾਰ, ਕੋਈ ਕਿਰਤੀ ਮਿਲ ਜਾਣ, ਜਿਹੜੇ ਵੀ, ਉਹ ਬਾਬਾ ਬੁੱਢਾ ਜੀ ਦੇ ਅਦਬ ਦੇ ਵਿੱਚ ਆਪਣੇ ਜੋੜਿਆਂ ਮਤਲਬ ਆਪਣੇ ਪੈਰ ਨੰਗੇ ਕਰਕੇ ਖੜ ਜਾਂਦੇ ਸਨ। ਇਹ ਗੁਰੂ ਨਾਨਕ ਦੇ ਘਰ ਦਾ ਐਡਾ ਭਾਰੀ ਗੁਰਸਿੱਖ ਜੋ ਹੈ, ਇਹਦੇ ਦਰਸ਼ਨ ਹੀ ਧੰਨ ਨੇ। ਇੰਨਾ ਅਦਬ ਸਤਿਕਾਰ ਬਾਬਾ ਬੁੱਢਾ ਜੀ ਨੂੰ ਮਿਲਦਾ ਸੀ। ਹੁਣ 108 ਸਾਲਾਂ ਦਾ ਜਦੋਂ ਸਰੀਰ ਹੋ ਗਿਆ ਬਾਬਾ ਬੁੱਢਾ ਜੀ ਦਾ, ਤਾਂ ਮੀਰੀ ਪੀਰੀ ਦੇ ਮਾਲਕ ਸਾਹਿਬ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ, ਬਾਬਾ ਬੁੱਢਾ ਸਾਹਿਬ ਜੀ ਤੁਸੀਂ ਨਾ ਆਇਆ ਕਰੋ, ਅਸੀਂ ਤੁਹਾਡੇ ਦਰਸ਼ਨ ਕਰਨ ਆਇਆ ਕਰਾਂਗੇ, ਬੀੜ ਸਾਹਿਬ ਅਸੀਂ ਆ ਜਾਇਆ ਕਰਾਂਗੇ। ਬਾਬਾ ਬੁੱਢਾ ਜੀ ਕਹਿੰਦੇ, ਨਾ ਮੇਰੇ ਸੱਚੇ ਪਾਤਸ਼ਾਹ, ਸਿੱਖ ਹੀ ਗੁਰੂ ਨਾਨਕ ਦੇ ਚਰਨਾਂ 'ਚ ਚੱਲ ਚੱਲ ਕੇ ਆਉਂਦਾ ਚੰਗਾ ਲੱਗਦਾ, ਮਹਾਰਾਜ ਜੀ ਸਾਨੂੰ ਹੀ ਆਉਣ ਦਿਓ। ਫਿਰ ਸਤਿਗੁਰੂ ਜੀ ਕਹਿੰਦੇ ਨੇ, ਚੰਗਾ ਫਿਰ ਠੀਕ ਹੈ, ਤੁਹਾਡਾ ਬਚਨ ਅਸੀਂ ਮੰਨਦੇ ਹਾਂ, ਪਰ ਤੁਹਾਨੂੰ ਫਿਰ ਪਾਲਕੀ ਦਿੰਦੇ ਹਾਂ, ਪਾਲਕੀ ਦੇ ਵਿੱਚ ਆਇਆ ਕਰੋ। ਬਾਬਾ ਬੁੱਢਾ ਜੀ ਕਹਿੰਦੇ, ਨਹੀਂ ਸਾਹਿਬ ਜੀ, ਚੱਲ ਕੇ ਆਉਂਦਾ ਸਿੱਖ ਸੋਹਣਾ ਲੱਗਦਾ। ਤਾਂ ਸਤਿਗੁਰੂ ਜੀ ਬੜੇ ਪ੍ਰੇਮ ਨਾਲ ਕਹਿੰਦੇ ਨੇ, ਬਾਬਾ ਬੁੱਢਾ ਸਾਹਿਬ ਜੀ ਸਾਡੇ ਬਚਨ ਨਹੀਂ ਮੰਨੂਗੇ। ਬਾਬਾ ਬੁੱਢਾ ਜੀ ਨੇ ਫਿਰ ਉਹ ਹੁਕਮ ਮੰਨਿਆ। ਹੁਣ ਪਾਲਕੀ ਦੇ ਵਿੱਚ ਆਇਆ ਕਰਦੇ ਸਨ। ਤੋ ਜਦੋਂ ਪਾਲਕੀ ਦੇ ਵਿੱਚ ਆਉਣਾ, ਬਾਬਾ ਬੁੱਢਾ ਸਾਹਿਬ ਨੇ ਇੱਕ ਵਾਰ 6ਵੇਂ ਪਾਤਸ਼ਾਹੀ ਆਪ ਆਪਣੇ ਉੱਠ ਕੇ ਤਖਤਾਂ ਤੋਂ ਗਏ ਔਰ ਪਾਲਕੀ ਨੂੰ ਜਾ ਕੇ ਮੋਢਾ ਦੇ ਦਿੱਤਾ। ਸਿੱਖ ਨੂੰ ਜਿਹਨੇ ਪਾਲਕੀ ਚੱਕੀ ਹੋਈ ਸੀ ਇੱਕ ਪਾਸੇ, ਉਹਨੂੰ ਪਿੱਛੇ ਕਰ ਦਿੱਤਾ, ਆਪ ਮੋਢਾ ਦੇ ਦਿੱਤਾ। ਜੋ ਮੋਢਾ ਦਿੱਤਾ, ਹੁਣ ਪਾਲਕੀ ਬੰਦ ਹੈ, ਪਰਦਾ ਹੈ ਅੱਗੇ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਨੇ, ਸਤਿਗੁਰੂ ਜੀ ਪਾਲਕੀ ਰੋਕ ਦਿਓ, ਨਹੀਂ ਤਾਂ ਮੈਂ ਛਲਾਂਗ ਲਗਾ ਦੇਣੀ ਹੈ। ਪਾਲਕੀ ਨੀਚੇ ਰੱਖੀ ਗਈ। ਬਾਬਾ ਬੁੱਢਾ ਜੀ ਪਾਲਕੀ ਵਿੱਚੋਂ ਬਾਹਰ ਆ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਸੀਸ ਨਵਾਉਂਦੇ ਨੇ। ਤਾਂ ਮਹਾਰਾਜ ਜੀ ਪੁੱਛਦੇ ਨੇ, ਬਾਬਾ ਬੁੱਢਾ ਸਾਹਿਬ ਤੁਹਾਨੂੰ ਕਿਵੇਂ ਪਤਾ ਚੱਲਿਆ? ਬਾਬਾ ਬੁੱਢਾ ਜੀ ਕਹਿੰਦੇ ਨੇ, ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ, ਉਹ ਤਾਂ ਜਦੋਂ ਤੁਸੀਂ ਚੱਲੇ ਸੀ ਮੈਨੂੰ ਉਦੋਂ ਹੀ ਪਤਾ ਚੱਲ ਗਿਆ ਸੀ, ਔਰ ਆਪ ਹੀ ਤਾਂ ਤੁਸੀਂ ਮੈਨੂੰ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਪਹਿਲੇ ਜਾਮੇ ਵਿੱਚ ਆਪ ਹੀ ਤਾਂ ਵਚਨ ਕੀਤੇ ਸੀ, ਬੁੱਢਿਆ ਤੇ ਇੱਥੋਂ ਕਦੇ ਉੱਲੇ ਨਾ ਹੋਸਾਂ। ਸੋ ਇਤਨਾ ਦੇਖੋ, ਇਹ ਪਿਆਰੇ ਗੁਰਸਿੱਖ ਨੇ ਕਿ ਗਿਆਨੀ ਨੇ, ਬਾਣੀ ਨੇ ਕਿਹਾ, ਇਹੋ ਜਿਹੇ ਜਨ ਦੀ ਉਪਮਾ ਨਹੀਂ ਕੀਤੀ ਜਾ ਸਕਦੀ ਜਿਹਦੇ ਅਨੇਕ ਗੁਣ ਨੇ। ਸੋ ਬਾਬਾ ਬੁੱਢਾ ਜੀ ਤੇ ਅਸੀਂ ਥੋੜੇ ਥੋੜੇ ਦਰਸ਼ਨ ਕਰ ਰਹੇ ਹਾਂ, ਪਤਾ ਨਹੀਂ ਕਿੰਨੇ ਕੁ ਗੁਣਾਂ ਦੀ ਗੁਥਲੀ ਨੇ ਬਾਬਾ ਬੁੱਢਾ ਜੀ। ਸੋ ਸੰਗਤ ਜੀ, ਹੁਣ ਧੰਨ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ, ਉੱਥੇ ਬਹਾਨੇ ਨਾਲ ਜੁਗਤ ਨਾਲ ਕੈਦ ਕਰ ਲੈ ਗਏ ਨੇ। ਸੰਗਤਾਂ ਬੜੀਆਂ ਬੀਬਲ ਨੇ, 40 ਦਿਨ ਚਲੀਆ ਕੱਟਣ ਲਈ ਕਹਿ ਕੇ ਲੈ ਕੇ ਗਏ ਸਨ, ਲੇਕਿਨ ਲੰਬਾ ਸਮਾਂ ਹੋ ਗਿਆ, ਹਾਲੇ ਤੱਕ ਮਹਾਰਾਜ ਜੀ ਆਏ ਨਹੀਂ। ਫਿਰ ਸੰਗਤਾਂ ਬਾਬਾ ਬੁੱਢਾ ਜੀ ਦੇ ਕੋਲ ਜਾਂਦੀਆਂ ਨੇ। ਬਾਬਾ ਬੁੱਢਾ ਜੀ ਬੀੜ ਸਾਹਿਬ ਨੇ 115-16 ਸਾਲਾਂ ਦਾ ਸਰੀਰ ਹੈ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਸੰਗਤ ਜੀ। ਔਰ 115-16 ਸਾਲਾਂ ਦਾ ਸਰੂਰ, ਬਾਣੀ ਨੇ ਕਿਹਾ, ਗੁਰਮੁਖ ਬੁੱਢੇ ਕਾਦੇ ਨਾਹੀਂ, ਅੰਤਰ ਸੁਰਤ ਗਿਆਨ, ਉਹ ਕਿੱਥੇ ਬੁੱਢੇ ਹੋ ਸਕਦੇ ਨੇ? 115-16 ਸਾਲਾਂ ਦਾ ਸਰੀਰ ਬਿਰਧ ਹੈ, ਲੇਕਿਨ ਅੰਦਰ ਇਤਨਾ ਜੋਸ਼ ਹੈ, ਇਤਨੀ ਅੰਦਰ ਇੱਕ ਐਕਸਾਈਟਮੈਂਟ ਹੈ। ਜਦੋਂ ਸੰਗਤਾਂ ਨੇ ਬੇਨਤੀ ਕੀਤੀ, ਸੰਗਤਾਂ ਨਾਲ ਫਿਰ ਚੱਲ ਕੇ ਆ ਗਏ। ਭਾਈ ਗੁਰਦਾਸ ਜੀ ਨੂੰ ਲਿਆ, ਬਾਬਾ ਬੁੱਢਾ ਜੀ ਨੇ ਮਸ਼ਾਲ ਜਲਾ ਲਈ ਔਰ ਪਿੰਡ ਪਿੰਡ ਜਿਹੜੀ ਹੈ ਉਹ ਨਗਰਾਂ ਵਿੱਚ ਗੇੜੀਆਂ ਕੱਢੀਆਂ ਔਰ ਦੱਸਿਆ ਵੀ ਇਕੱਠੇ ਹੋ ਜਾਓ ਸਾਰੇ ਜਣੇ। ਸਾਡੇ ਗੁਰਾਂ ਨੂੰ ਇਵੇਂ ਕਹਿ ਕੇ ਲੈ ਗਏ ਸਨ, ਤਾਂ ਉਹਨਾਂ ਦੀ ਕੋਈ ਹੋਰ ਜੁਗਤ ਨਾ ਕਿਤੇ ਹੋਵੇ, ਕਿਉਂਕਿ ਅੱਗੇ ਪੰਚਮ ਪਾਤਸ਼ਾਹ ਦੀ ਸ਼ਹੀਦੀ ਹੋ ਚੁੱਕੀ ਹੈ। ਤਾਂ ਹੁਣ ਉੱਥੇ ਬਾਬਾ ਬੁੱਢਾ ਜੀ ਆਪ ਵੀ ਗਏ ਨੇ ਔਰ ਬਾਰ-ਬਾਰ ਸੰਗਤਾਂ ਨੂੰ ਉੱਥੇ ਭੇਜੀ ਗਏ।
तो ग्वालियर के किले के दुआले संगतां जा जाके बाबा बुड्ढा जी ने शुरुआत की। पहला बाबा बुड्ढा जी आप गए मिसाल लैके परिक्रमा की ग्वालियर के किले की कि साडे सतगुरु जी इत्थे ने, उत्थे शब्द चौंकी पढ़ी, कीर्तन कर करके परिक्रमा की। तो फिर जब वापस आ गए ने, संगतां नूं भी भेजी जा रहे ने। हुण जदों ग्वालियर के किले दे विचों सतगुर सच्चे पातशाह वापस फिर अमृतसर साहिब जी आंदे ने, तो बाबा बुड्ढा जी सतगुरां दे आगमन की खुशी में दीपमाला भी करते हैं, घिओ के दीवे भी जगाते हैं और शब्द चौंकी पढ़ के सतगुरां नूं वैलकम करते हैं। वो जो शब्द चौंकी बाबा बुड्ढा जी ने वो कढ़ी है, तो मीरी पीरी दे मालिक साहिब धन धन श्री गुरु हरगोबिंद साहिब जी ने बाबा बुड्ढा साहब नूं कहा, बाबा बुड्ढा जी ये तुहाडी चौंकी जिहड़ी है जुगो जुग अटल है, ਇਹਦੇ ਵਿੱਚ ਅਸੀਂ ਆਪ ਸਾਖਸ਼ਾਤ ਹੋਇਆ ਕਰਾਂਗੇ ਬਾਬਾ ਜੀ, ਇਹ ਜੁਗੋ ਜੁਗ ਅਟਲ ਹੈ। ਤੋ ਸੰਗਤ ਜੀ ਅੱਜ ਵੀ ਜਦੋਂ ਹਰਮੰਦਰ ਸਾਹਿਬ ਦੇ ਵਿੱਚ ਸ਼ਾਮਾਂ ਨੂੰ ਜਦੋਂ ਕੀਰਤਨ ਦੀ ਸਮਾਪਤੀ ਹੁੰਦੀ ਹੈ, ਤਾਂ ਸੰਗਤਾਂ ਜਿਹੜੀਆਂ ਨੇ ਸ਼ਬਦ ਚੌਂਕੀ ਕੱਢਦੀਆਂ ਕੱਢਦੀਆਂ ਉੱਥੇ ਜਦੋਂ ਪਹੁੰਚਦੀਆਂ ਨੇ, ਤਾਂ ਉਦੋਂ ਜਦੋਂ ਸ਼ਬਦ ਚੌਂਕੀ ਵਾਲੇ ਉੱਥੇ ਪਹੁੰਚਦੇ ਨੇ, ਤਾਂ ਸੰਗਤਾਂ ਅੰਦਰ ਜਿਹੜੀਆਂ ਹਰਮੰਦਰ ਸਾਹਿਬ ਵਿੱਚ ਹੁੰਦੇ ਨੇ ਉੱਠ ਕੇ ਖੜ ਜਾਂਦੀਆਂ ਨੇ, ਕੀਰਤਨ ਅੰਦਰ ਰੁਕ ਜਾਂਦਾ ਹੈ, ਖੜ ਜਾਂਦੀਆਂ ਨੇ। ਉਹ ਅਦਬ ਸਤਿਕਾਰ ਦਿੱਤਾ ਜਾਂਦਾ ਹੈ ਕਿ ਬਾਬਾ ਬੁੱਢਾ ਸਾਹਿਬ ਦੀ ਚੌਂਕੀ ਹੈ, ਇਹਦੇ ਵਿੱਚ ਸਾਖਸ਼ਾਤ ਆਪ ਮੀਰੀ ਪੀਰ ਦੇ ਮਾਲਕ ਸਾਹਿਬ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਨੇ। ਤੋ ਸੰਗਤਾਂ ਜੀ 124 ਸਾਲਾਂ ਦਾ ਬਾਬਾ ਬੁੱਢਾ ਜੀ ਦਾ ਸਰੀਰ ਹੋ ਗਿਆ। ਹੁਣ ਇੱਕ ਜਦ ਤੱਕ ਸੇਵਾ ਕਰਦੇ ਰਹੇ, ਹੁਣ ਆਪਣੇ ਨਗਰ ਪਿੰਡ ਚੱਲੇ ਨੇ, ਮੀਰੀ ਪੀਰੀ ਮਾਲਕ ਦੇ ਸਾਹਿਬਾਂ ਦੇ ਚਰਨਾਂ ਵਿੱਚ ਸੀਸ ਨਵਾ ਕੇ ਕਹਿੰਦੇ ਨੇ ਸੱਚੇ ਪਾਤਸ਼ਾਹ ਜੀ ਹੁਣ ਸਾਨੂੰ ਇਜਾਜ਼ਤ ਦਿਓ, ਔਰ ਨਾਲ ਫਿਰ ਬਚਨ ਵੀ ਲੈ ਕੇ ਜਾਂਦੇ ਨੇ ਜਦੋਂ ਸਾਡਾ ਅੰਤਿਮ ਸਮਾਂ ਹੋਏਗਾ, ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਆਉਣਾ ਤੁਸੀਂ ਸੰਭਾਲਣ ਲਈ। ਮਹਾਰਾਜ ਨੇ ਬਚਨ ਦਿੱਤਾ। ਹੁਣ 125 ਸਾਲਾਂ ਦਾ ਤਕਰੀਬਨ ਸਰੀਰ, ਬਾਬਾ ਬੁੱਢਾ ਜੀ ਨੂੰ ਪਤਾ ਚੱਲ ਗਿਆ ਕਿ ਹੁਣ ਅਸੀਂ ਇਹ ਚੋਲਾ ਤਿਆਗਣਾ ਹੈ। ਬਾਬਾ ਬੁੱਢਾ ਜੀ ਇੱਕ ਸ਼ਾਹੂਕਾਰ ਨੂੰ ਭੇਜਦੇ ਨੇ, ਮੇਰੇ ਗੁਰੂ ਨਾਨਕ ਨੂੰ, ਮੇਰੇ ਮੀਰੀ ਪੀਰ ਦੇ ਮਾਲਕ ਨੂੰ ਸੁਨੇਹਾ ਦੇ ਦਿਓ ਕਿ ਤੁਹਾਡਾ ਬੁੱਢਾ ਯਾਦ ਕਰਦਾ ਹੈ। तो कुछ इतिहासकार इवें भी लिखते हैं, उदों सतगुर सच्चे पातशाह जी बाबा श्री चंद जी के पास ने बारठ साहब, उत्थों ही महाराज जी होर गुरसिखां नूं लैके बाबा श्री चंद जी भी नाल जांदे ने, बाबा बुड्ढा साहब जी के पास पहुँचते हैं। भाई गुरदास जी, भाई जेठा जी, बाबा बिधि चंद जी सारे ही उत्थे पहुँचते हैं। होर गुरु अंगद देव जी के खानदान विचों भी उत्थे पहुँचते हैं। सो उत्थे जदों पहुँचते हैं तो बाबा बुड्ढा जी तख्त के उत्ते बैठे होंदे ने, तो मीरी पीर दे मालिक साहिब धन धन श्री गुरु हरगोबिंद साहब जी जाके चरण चरण पकड़ते हैं, घुट के चरण पकड़ते हैं, इतना प्रेम इतना सत्कार दे रहे हैं। बाबा बुड्ढा जी उठ के सतगुरां दे चरण पकड़ते हैं। ये किहो जी संगत जी अलौकिक ये नज़ारे होणगे, अलौकिक ये घटनावां, ये सुंदर दृश्य होणगे इस धरती के उत्ते। सो सतगुरु जी फिर बाबा बुड्ढा जी नूं कहंदे ने, बाबा बुड्ढा साहिब जी तुसीं गुरु नानक तो लैके अज तक गुरु नानक दे घर दी इतनी सेवा कीती है, बाबा बुड्ढा जी सानू कोई गुरु नानक दे घर दी बात सुना दिओ। देखो सतगुर आप गुरु नानक ने, लेकिन ये प्रेम दीयां बातां। अगों बाबा बुड्ढा साहब जी हथ जोड़ के कहंदे ने, मेरी पीर दे मालक है मेरे गुरु नानक, 12 साल दा सी जदों तुसीं अपने सीने दे नाल लाया, 113 साल अपने दर घर विच तुसीं मैनूं रखिया। सच्चे पातशाह जी, सतगुर सच्चे पातशाह जी तुसीं तां सूरज हो, मैं एक सूरज दी किरण, मैं किवें दस सकदा हां सूरज बारे, गुरु नानक दे घर बारे, इतना वड्डा गुरु नानक दा घर, इतनियां वड्डियां गुरु नानक दीयां बातां। सच्चे पातशाह जी तुसीं सागर समुंदर हो, मैं उहदी एक बूंद, बूंद किवें दस्से सागर समुंदर बारे। सतगुर सच्चे पातशाह जी तुसीं पर्वत हो, मैं एक पर्वत दा किनका, किनका किवें दस्से पर्वत दी विशालता। मैं किवें गुरु नानक दे घर दी महिमा, गुरु नानक दीयां बातां दस सकदा। ऐ मेरे मालिक, ऐ मेरे साहिब, 113 साल अपने चरनां नाल जोड़ जोड़ के रखिया। और कहंदे ने सच्चे पातशाह जी सेवा करदिआं किते इस शरीर दे कोलों सतगुर सच्चे पातशाह जी पता ही नहीं किन्नियां भुल्लां हो गईयां होणगीआं। बस एक वार इस बुढ़े नूं कह दिओ, जा बुढ़िया तैनूं बख्श दित्ता, जा बुढ़िया तैनूं बख्श दित्ता, जा बुढ़िया तैनूं बख्श दित्ता। जदों बाबा बुड्ढा जी इवें आख रहे ने, सारे सिखां दे संगतां दे नेत्र सेजल हो गए, नीर बहना शुरू हो गया। ये एडा भारी सिख, ये ब्रह्म बेता सिख, ये ब्रह्म ज्ञानी गुरसिख, जिन ये एडा वड्डा महापुरख, जिन्होंने इतना इतना मान दिता गुरु नानक ने, हर एक जोत ने, ये इतनी निमरता दा पुंज है। ये कहता है कह दिओ, जा बुढ़िया तैनूं बख्श दिता। मीरी पीरी दे मालिक साहिब धन धन श्री गुरु हरगोबिंद साहिब जी कहते हैं,
ਬਾਬਾ ਬੁੱਢਾ ਸਾਹਿਬ ਜੀ, ਤੁਸੀਂ ਗੁਰੂ ਨਾਨਕ ਦੇ ਸੀਨੇ ਦੇ ਨਾਲ ਲੱਗੇ, ਤੁਸੀਂ ਗੁਰੂ ਅੰਗਦ ਦੇਵ ਜੀ ਦੇ ਚਰਨ ਪਰਸੇ ਨੇ, ਤੁਸੀਂ ਤੀਸਰੇ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਚਰਨਾਂ ਵਿੱਚ ਤੱਪੜ ਝਾੜੇ, ਬੇਅੰਤ ਸੇਵਾਵਾਂ ਕੀਤੀਆਂ ਨੇ। ਚੌਥੇ ਪਾਤਸ਼ਾਹ ਦੇ ਤੁਸੀਂ ਕਿਰਪਾ ਦ੍ਰਿਸ਼ਟੀ ਵਿੱਚ ਰਹੇ ਹੋ। ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀਆਂ ਮਿਹਰਾਂ ਤੁਹਾਡੇ ਉੱਤੇ ਵਰਸੀਆਂ ਨੇ। ਅੱਜ ਤੱਕ ਛੇਵੇਂ ਜੋਤ ਤੱਕ ਤੁਸੀਂ ਅਣਥੱਕ ਸੇਵਾਵਾਂ, ਇਤਨਾ ਪ੍ਰੇਮ, ਇਤਨੀਆਂ ਰਹਿਮਤਾਂ ਲਈਆਂ ਨੇ। ਔਰ ਪਿਤਾ ਸਤਿਗੁਰੂ ਜੀ ਦੇ ਤਾਂ ਬਚਨ ਨੇ, ਗੁਰੂ ਨਾਨਕ ਜਨ ਸੁਣਿਆ ਵੇਖਿਆ ਸੇ ਫਿਰ ਗਰਭਾਸ ਨਾ ਭਰਿਆ ਰਹੇ। ਤੁਸੀਂ ਤਾਂ ਗੁਰੂ ਨਾਨਕ ਤੋਂ ਸੁਣਿਆ ਵੇਖਿਆ, ਚਰਨ ਪਰਸੇ ਨੇ ਗੁਰੂ ਨਾਨਕ ਦੇ। ਬਾਬਾ ਬੁੱਢਾ ਜੀ ਨੂੰ ਕੁੱਟ ਕੇ ਆਪਣੇ ਸੀਨੇ ਦੇ ਨਾਲ ਲਾ ਲਿਆ। ਸਤਿਗੁਰ ਸੱਚੇ ਪਾਤਸ਼ਾਹ ਜੀ ਫਿਰ ਏਕਾਂਤਵਾਸ ਹੋ ਗਏ। ਹੁਣ ਉੱਥੇ ਗੁਰਸਿੱਖ, ਐਡੇ ਭਾਰੇ ਗੁਰਸਿੱਖ, ਭਾਈ ਸਾਹਿਬ ਭਾਈ ਗੁਰਦਾਸ ਜੀ, ਭਾਈ ਜੇਠਾ ਜੀ, ਭਾਈ ਪ੍ਰਾਣਾ ਜੀ, ਬਾਬਾ ਬਿਧੀ ਚੰਦ ਜੀ, ਇਹ ਹੱਥ ਜੋੜ ਕੇ ਬਾਬਾ ਬੁੱਢਾ ਜੀ ਨੂੰ ਕਹਿੰਦੇ ਨੇ, ਬਾਬਾ ਬੁੱਢਾ ਜੀ ਸਿੱਖੀ ਕਿਵੇਂ ਕਮਾਈ ਦੀ ਹੈ? ਸੰਗਤ ਜੀ, ਇਹਦਾ ਤਾਂ ਕੋਈ ਸਾਰਿਆਂ ਨੇ ਸਿੱਖੀ ਕਮਾਈ ਹੋਈ ਹੈ, ਇਹ ਸਾਰਿਆਂ ਨੇ। ਭਾਈ ਗੁਰਦਾਸ ਜੀ ਨੂੰ ਦਰਜਾ ਹੈ ਉਹਨਾਂ ਦੀ ਬਾਣੀ ਦਾ ਕਿ ਇਹਨਾਂ ਕੋਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਹੈ। ਭਾਈ ਸਾਹਿਬ ਭਾਈ ਬਿਧੀ ਚੰਦ ਜੀ, ਉਹਨਾਂ ਨੂੰ ਕਿਹਾ ਹੈ ਬਿਧੀ ਚੰਦ ਚੀਨਾ ਗੁਰੂ ਕਾ ਸੀਨਾ, ਐਡੇ ਐਡੇ ਭਾਰੀ ਸਿੱਖ, ਵੇਦ ਗੁਰਸਿੱਖ। ਤਾਂ ਇਹ ਬਾਬਾ ਬੁੱਢਾ ਜੀ ਨੂੰ ਪੁੱਛ ਰਹੇ ਨੇ, ਬਾਬਾ ਬੁੱਢਾ ਜੀ ਸਿੱਖੀ ਕਿਵੇਂ ਕਮਾਈ ਦੀ ਹੈ? ਬਾਬਾ ਬੁੱਢਾ ਜੀ ਪ੍ਰੇਮ ਨਾਲ ਕਹਿ ਰਹੇ ਨੇ, ਸੰਗਤ ਜੀ ਸੇਵਾ ਕਰੋ, ਸਿਮਰਨ ਕਰੋ, ਜਪ ਕਰੋ, ਤਪ ਕਰੋ, ਟੇਕ ਰੱਖੋ ਗੁਰੂ ਨਾਨਕ ਦੇ ਚਰਨਾਂ ਦੇ। ਸੇਵਾ, ਸਿਮਰਨ, ਜਪ, ਤਪ ਕਰਕੇ ਕੋਈ ਦਾਵਾ ਨਹੀਂ ਕਿ ਦਾਤ ਮਿਲ ਜਾਵੇ। ਟੇਕ ਰੱਖੋ ਗੁਰੂ ਨਾਨਕ ਦੇ ਚਰਨਾਂ ਤੇ। ਇਹ ਤਾਂ ਗੁਰਪ੍ਰਸਾਦ ਹੈ, ਇਹ ਆਪਣੀ ਕਿਸੇ ਘਾਲਣਾ ਨਾਲ ਨਹੀਂ ਮਿਲਦਾ, ਇਹ ਤਾਂ ਜਦ ਗੁਰੂ ਪ੍ਰਸਾਦ ਵਰਸਾਵੇ, ਗੁਰੂ ਦੀ ਕਿਰਪਾ ਨਾਲ ਮਿਲਦੀ ਹੈ। ਤਾਂ ਸੰਗਤ ਜੀ, ਅਗਲਾ ਦਿਨ ਅੰਮ੍ਰਿਤ ਵੇਲਾ ਹੋਇਆ। ਬਾਬਾ ਬੁੱਢਾ ਜੀ ਮੀਰੀ ਪੀਰ ਦੇ ਮਾਲਕ ਸਾਹਿਬ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਮਣੇ ਸਾਖਸ਼ਾਤ ਚਰਨ ਪਕੜ ਕੇ ਕਹਿੰਦੇ ਨੇ ਕਿ ਦਾਤਾ ਜੀ, ਅੱਜ ਮੇਰਾ ਮਨ ਹੈ ਕਿ ਜਪਜੀ ਸਾਹਿਬ ਦੀ ਬਾਣੀ ਮੈਂ ਪੜ੍ਹ ਕੇ ਸੁਣਾਵਾਂ। ਤਾਂ ਬਾਬਾ ਜੀ ਜਪਜੀ ਸਾਹਿਬ ਦੀ ਬਾਣੀ ਪੜ੍ਹ ਰਹੇ ਨੇ। ਜਿਵੇਂ ਜਿਵੇਂ ਪੌੜੀਆਂ ਪੜ੍ਹੀ ਜਾ ਰਹੇ ਨੇ, ਇਵੇਂ ਇਵੇਂ ਸੁਰਤੀ ਦੀਆਂ ਪੌੜੀਆਂ ਵੀ ਚੜ੍ਹੀ ਜਾ ਰਹੇ ਨੇ ਬਾਬਾ ਬੁੱਢਾ ਸਾਹਿਬ ਜੀ। ਜਦੋਂ 5 ਖੰਡਾਂ ਦੇ ਵਿੱਚ ਆ ਗਏ, ਧਰਮ ਖੰਡ ਪੜ੍ਹਿਆ, ਗਿਆਨ ਖੰਡ ਪੜ੍ਹਿਆ, ਸਰਮ ਖੰਡ ਪੜ੍ਹਿਆ, ਕਰਮ ਖੰਡ ਪੜ੍ਹਿਆ, ਬਖਸ਼ਿਸ਼ ਦਾ ਖੰਡ। ਸਾਹਮਣੇ ਬਖਸ਼ਿਸ਼ਾਂ ਵਾਲੇ ਦਾਤਾ ਗੁਰੂ ਨਾਨਕ ਬੈਠਾ ਹੈ, ਮੇਰੀ ਪੀਰ ਦਾ ਮਾਲਕ। ਫਿਰ ਸੱਚਖੰਡ ਪੜ੍ਹਿਆ। ਫਿਰ ਪੜ੍ਹਦਿਆਂ ਜਿਵੇਂ ਜਿਨੀ ਨਾਮ ਤੇ ਆਇਆ, ਗਏ ਮਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਤਾਂ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਹੀ ਆਪਣਾ ਸੀਸ ਨਵਾ ਦਿੱਤਾ। ਆਖਰੀ ਸਾਹ ਵੀ ਗੁਰੂ ਨਾਨਕ ਦੇ ਸੀਨੇ ਦੇ ਵਿੱਚ ਹੀ ਆਪਣਾ ਪਾ ਦਿੱਤਾ। ਸੰਗਤ ਜੀ, ਉੱਥੇ ਚੋਲਾ ਆਪਣਾ ਤਿਆਗ ਦਿੱਤਾ। ਤਾਂ ਮੇਰੀ ਪੀਰ ਦੇ ਮਾਲਕ ਸਾਹਿਬਾਂ ਨੇ ਸਰੀਰ ਸੰਭਾਲਿਆ ਔਰ ਬੜੇ ਪ੍ਰੇਮ ਦੇ ਨਾਲ ਕਿਹਾ, ਸਾਰੀਆਂ ਸੰਗਤਾਂ ਨੂੰ, ਪਰਿਵਾਰ ਦੇ ਮੈਂਬਰਾਂ ਨੂੰ, ਸਭ ਨੂੰ ਕਿਹਾ, ਸੰਗਤ ਜੀ ਵਧਾਈ ਹੋਵੇ, ਵਧਾਈ ਹੋਵੇ। ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਭਾਈ ਗੁਰਦਾਸ ਜੀ ਨੇ ਜੋ ਲਿਖਿਆ ਹੈ। ਸੋ ਮਹਾਰਾਜ ਨੇ ਕਿਹਾ ਵਧਾਈ ਹੋਵੇ। ਤਾਂ ਸਾਰੀਆਂ ਅੰਤਿਮ ਰਸਮਾਂ ਜਿਹੜੀਆਂ ਨੇ ਬਾਬਾ ਬੁੱਢਾ ਸਾਹਿਬ ਜੀ ਦੀਆਂ, ਸਤਿਗੁਰਾਂ ਨੇ ਆਪ ਆਪਣੇ ਕਰ ਕਮਲਾਂ ਦੇ ਨਾਲ ਕੀਤੀਆਂ। ਔਰ ਆਪਣਾ ਮੋਢਾ ਵੀ ਅਰਥੀ ਨੂੰ ਸਤਿਗੁਰਾਂ ਨੇ ਆਪ ਦਿੱਤਾ, ਇਸ਼ਨਾਨ ਵੀ ਆਪ ਕਰਵਾਇਆ। ਔਰ ਜਦੋਂ ਫਿਰ ਚਿਖਾ ਜਿਹੜਾ ਲਾਂਬੂ ਲਾਇਆ ਸਤਿਗੁਰਾਂ ਨੇ, ਉੱਥੇ ਵੀ ਮਹਾਰਾਜ ਜੀ ਨੇ ਸਾਰੀਆਂ ਰਸਮਾਂ ਆਪ ਅਦਾ ਕੀਤੀਆਂ ਨੇ। ਔਰ ਨੇਤਰ ਸੇਜਲ ਨੇ ਛੇਵੇਂ ਪਾਤਸ਼ਾਹ ਦੇ, ਨੇਤਰਾਂ ਵਿੱਚੋਂ ਜਲ ਵਹਿ ਰਿਹਾ, ਸੰਗਤਾਂ ਦੇਖ ਰਹੀਆਂ ਨੇ। ਇਹ ਸਤਿਗੁਰਾਂ ਦੇ ਆਪਣੇ ਜਦੋਂ ਸਾਹਿਬਜ਼ਾਦੇ ਗਏ, ਬਾਬਾ ਅਟਲ ਜੀ, ਬਾਬਾ ਗੁਰਦਿੱਤਾ ਜੀ, ਕਦੀ ਨੇਤਰਾਂ 'ਚੋਂ ਜਲ ਨਹੀਂ ਆਇਆ। ਮਾਤਾ ਗੰਗਾ ਜੀ ਗਏ ਨੇ, ਸਾਰਾ ਕੁਝ ਦੇਖਿਆ, ਪਰ ਇਹੋ ਜਿਹਾ ਇੰਨਾ ਝੜੀਆਂ ਜਿਹੜੀਆਂ ਲੱਗੀਆਂ ਹੋਈਆਂ ਨੇ। ਤਾਂ ਉਹ ਜਦੋਂ ਉਹ ਫਿਰ ਕੀ ਭਾਵ ਸੀ ਸਤਿਗੁਰਾਂ ਦਾ, ਕਿਵੇਂ ਇਹਨਾਂ ਦੇ ਵਚਨਾਂ ਦੇ ਨਾਲ ਸਾਡਾ ਆਗਮਨ ਹੋਇਆ, ਕਿਵੇਂ ਇਸ ਗੁਰਸਿੱਖ ਭਾਰੀ ਗੁਰਸਿੱਖ ਨੇ ਸਾਨੂੰ ਵਿੱਦਿਆ ਦਿੱਤੀ, ਕਿਵੇਂ ਗੁਰੂ ਨਾਨਕ ਦੇ ਘਰ ਦੀ ਅਣਥੱਕ ਸੇਵਾ ਕੀਤੀ। ਉਹ ਕਿਹੜੇ ਕਿਹੜੇ ਘਟਨਾਵਾਂ ਨਹੀਂ ਯਾਦ ਆਈਆਂ ਹੋਣਗੀਆਂ। ਐਡਾ ਭਾਰੀ ਗੁਰਸਿੱਖ ਗੁਰੂ ਨਾਨਕ ਦੇ ਘਰ ਦਾ ਜਿਹੜੇ ਸੀਨੇ ਦੇ ਨਾਲ ਲੱਗਿਆ। ਅੱਜ ਸਰੀਰਕ ਰੂਪ ਵਿੱਚ ਸੰਗਤਾਂ ਨੂੰ ਇਸ ਦੇ ਹੁਣ ਦਰਸ਼ਨ ਨਹੀਂ ਹੋਇਆ ਕਰਨੇ, ਲੇਕਿਨ ਰੂਪ ਤਾਂ ਅੱਜ ਵੀ ਬਾਬਾ ਬੁੱਢਾ ਜੀ ਸਾਹਿਬ ਸਾਡੇ ਵਿੱਚ ਨੇ, ਸਾਡੇ ਵਿੱਚ ਨੇ, ਹਾਜ਼ਰ ਨਾਜ਼ਰ ਨੇ। ਸੰਗਤ ਜੀ, ਇਹੋ ਜਿਹਾ ਗੁਰਸਿੱਖ ਨੂੰ ਬਾਰੰਬਾਰ ਅਸੀਂ ਧੰਨ ਧੰਨ ਕਹੀਏ। ਗੁਰਬਾਣੀ ਕਹਿੰਦੀ ਹੈ ਇਹੋ ਜਿਹਾ ਗੁਰਸਿੱਖ ਨੂੰ ਨਮਸਕਾਰ ਕੀਤੀ ਜਾਵੇ ਬਾਰੰਬਾਰ। ਇਹੋ ਜਿਹੇ ਗੁਰਸਿੱਖਾਂ ਲਈ ਅਸੀਂ ਸੰਗਤਾਂ ਤਾਂ ਇਹੀ ਕਹਿ ਸਕਦੀਆਂ, ਗੁਰਸਿੱਖਾਂ ਕੀ ਹਰ ਦੂਰ ਦੇ, ਹਮ ਪਾਪੀ ਵੀ ਗਤ ਪਾਏ, ਹਮ ਪਾਪੀ ਵੀ ਗਤ ਪਾਏ।
ਤੋ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਦਾਤਾ ਜੀ ਆਪ ਜੀ ਦੇ ਐਡੇ ਭਾਰੇ ਗੁਰਸਿੱਖ ਧੰਨ ਧੰਨ ਬਾਬਾ ਬੁੱਢਾ ਜੀ ਇਹੋ ਜਿਹੇ ਗੁਰਸਿੱਖ ਦੇ ਕਿਤੇ ਚਰਨਾਂ ਦੀ ਤੂੜੀ ਦਾ ਕਿਨਕਾ ਕੁ ਮਾਤਰ ਵੀ ਸਾਡੀਆਂ ਸਾਰੀਆਂ ਸੰਗਤਾਂ ਦੇ ਹਿਰਦੇ ਵਿੱਚ ਆ ਜਾਵੇ। ਸੰਗਤ ਜੀ ਬਾਬਾ ਬੁੱਢਾ ਸਾਹਿਬ ਜੀ ਦੇ ਜੀਵਨ ਤੋਂ ਕੁਛ ਸਾਨੂੰ ਵੀ ਮਾਰਗਦਰਸ਼ਨ ਮਿਲ ਜਾਵੇ, ਕਿਵੇਂ ਸੇਵਾ ਕਰਨੀ ਹੈ, ਕਿਵੇਂ ਗੁਰੂ ਨਾਨਕ ਦੇ ਘਰ ਦੀ ਸੇਵਾ ਕਰਨੀ ਹੈ, ਕਿਵੇਂ ਨਿਮਰਤਾ ਦੇ ਵਿੱਚ ਰਹਿਣਾ ਹੈ। ਔਰ ਇਸ ਸਾਰੀਆਂ ਰਹਿਮਤਾਂ ਵਰਸਣ ਸਾਰੀਆਂ ਸੰਗਤਾਂ ਦੇ ਉੱਤੇ। ਬਾਬਾ ਬੁੱਢਾ ਜੀ ਦੇ ਚਰਨਾਂ ਵਿੱਚ ਵੀ ਅਸੀਂ ਨਤਮਸਤਕ ਹੋ ਕੇ ਇਹੀ ਬੇਨਤੀਆਂ ਕਰਦੇ ਹਾਂ ਕਿ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਹਾਜ਼ਰ ਨਾਜ਼ਰ ਹੋ, ਤੁਸੀਂ ਅਭੇਦ ਗੁਰਸਿੱਖ ਹੋ, ਸਾਰੀਆਂ ਸੰਗਤਾਂ ਦੇ ਨੂੰ ਆਪਣੀਆਂ ਅਸੀਸਾਂ ਦਿਓ। ਦਿਓ ਸੱਜਣ ਸਿਸੜੀਆਂ ਜਿਉਂ ਹੋਵੇ ਸਾਹਿਬ ਸਿਉ ਮੇਲ। ਹੋਈਆਂ ਭੁੱਲਾਂ ਗਲਤੀਆਂ ਬਾਬਾ ਬੁੱਢਾ ਸਾਹਿਬ ਜੀ, ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸਾਰੀਆਂ ਸੰਗਤਾਂ ਬਖਸ਼ ਦੇਣੀਆਂ। ਆਪ ਜੀ ਦਾ ਕੋਟਾਨ ਕੋਟਾਨ ਸ਼ੁਕਰਾਨਾ ਸੰਗਤ ਜੀ। ਆਪ ਜੀ ਦੀ ਚਰਨਾਂ ਦੀ ਤੂੜੀ ਦੇ ਪਿੱਛੇ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਵੀ ਸੰਗਤ ਵਿੱਚ ਬਿਠਾ ਲੈਂਦੇ ਨੇ। ਹੋਈਆਂ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।